अंजन तैसा अंजिए, जैसा पिर भावै। समझै सूझै जानिए, जे आप जनावै। आप जनावै मार्ग पावै, आपे मनुआ लेवे। कर्म सो कर्म कराए आपे, कीमत कौन अपेवे। तन तो मन तो पाखंड ना जाना, राम हृदय मन मानिया। अंजन नाम तिस है ते सूझै, गुर प्रसादी जानिया। तन तो मन तो पाखंड ना जाना, राम हृदय मन मानिया। अंजन नाम तिस है ते सूझै, गुर प्रसादी सच जानिया। गुर शब्दी सच जानिया। शब्द गुरु साहिब श्री गुरु ग्रंथ साहिब सच्चे पातशाह जी दी पावन पवित्र हजूरी दे विच जुड़ बैठे जुड़ रहे गुरु प्यारिओ, आप सारे ही अति सत्कारयोग धनता दे योग हो। आओ गुरु की पावन बाणी का लाहा प्राप्त करिए। लड़ीवार चल रही विचार चो रोज लाहा खटदे हों, गुरु बख्शिश करे अपना कीमती समा सफल हो सके। बाणी दी विचार शुरू करन तो पहला आपस विच गुरफतेह दी सांझ पाउणी प्रेम भावना सत्कार सहित बोलना जी आखियो वाहिगुरु जी का खालसा वाहिगुरु जी की फतेह। जो गुरु नानक साहब सच्चे पातशाह जी वल्लों सूही राग दे विच अंग नंबर 766 दे उपर अष्टपदियां दे रूप विच एक शब्द आपां पिछलेरे वक्त विच पढ़िया सी। उहदे एक एक पदे दी आपां रोज विचार कर रहे हां। अज गुरु की पावन बाणी दा गुरु नानक साहब जी वल्लों बख्शिश कीते हुए उस पावन शब्द का चौथा पदा है। गुरुदेव पातशाह जी की पावन बाणी का उपदेश अज दा ओ है कि असीं उस मालक परमेश्वर परमात्मा दियां जीव इस्त्रियां हां ते साडे अंदर दा जिहड़ा सुभाग आ
ਉਹ ਇੱਕ ਸੰਸਾਰਿਕ ਰੀਤ ਦੇ ਮੁਤਾਬਕ ਪਤੀ ਪਰਮੇਸ਼ਰ ਨੂੰ ਚੰਗਾ ਲੱਗਣਾ ਚਾਹੀਦਾ। ਜਿੰਨਾ ਟਾਈਮ ਅਸੀਂ ਆਪਣੇ ਮਾਲਕ ਦੀ ਨਿਗਾਹ 'ਚ ਕਬੂਲ ਨਹੀਂ ਹੁੰਦੀਆਂ, ਉਹਨਾਂ ਟਾਈਮ ਸਾਡੇ ਤੇ ਉਸ ਮਾਲਕ ਦੀ ਖੁਸ਼ੀ ਨਹੀਂ ਆਵੇਗੀ। ਉਹ ਸਾਡੇ ਤੇ ਤਰੁੱਠੇਗਾ ਨਹੀਂ, ਉਹ ਸਾਡੇ ਤੇ ਕਦੇ ਖੁਸ਼ ਨਹੀਂ ਹੋਵੇਗਾ। ਫਿਰ ਪਾਤਸ਼ਾਹ ਨੇ ਜ਼ਿਕਰ ਕੀ ਕੀਤਾ, ਪਾਵਨ ਬਾਣੀ ਦਾ ਉਪਦੇਸ਼ ਕੀ ਹੈ। ਅੰਜਨ ਅੰਜਨ ਤੋਂ ਭਾਵ ਹੈ ਸੁਰਮਾ, ਤੈਸਾ ਅੰਜੀਐ, ਤੈਸਾ ਅੰਜੀਐ ਤੈਸਾ ਪਾਈਐ। ਉਹ ਸੁਰਮਾ ਪਾ, ਕਿਹੜਾ ਸੁਰਮਾ? ਜਿਹੜਾ ਸੁਰਮਾ ਤੇਰੇ ਮਾਲਕ ਪਤੀ ਨੂੰ ਪਰਮੇਸ਼ਰ ਨੂੰ ਭਾ ਜਾਵੇ, ਚੰਗਾ ਲੱਗ ਜਾਵੇ। ਅੰਜਨ ਤੈਸਾ ਅੰਜੀਐ। ਫਿਰ ਪਾਸ਼ਾ ਜ਼ਿਕਰ ਕੀ ਕਰਦੇ ਨੇ, ਜੈਸਾ ਪਿਰ ਭਾਵੈ। ਜਿਹੜਾ ਸੁਰਮਾ ਉਸ ਮਾਲਕ ਪਰਮਾਤਮਾ ਨੂੰ ਪਤੀ ਨੂੰ ਭਾ ਜਾਵੇ, ਚੰਗਾ ਲੱਗ ਜਾਵੇ। ਜੈਸਾ ਪਿਰ ਤੋਂ ਭਾਵ ਖਸਮ ਮਾਲਕ, ਪਿਰ ਭਾਵੈ, ਭਾਵੈ ਤੋਂ ਭਾਵ ਚੰਗਾ ਲੱਗਣਾ। ਜਿਹੜਾ ਤੇਰੇ ਮਾਲਕ ਨੂੰ ਚੰਗਾ ਲੱਗੇ, ਉਹ ਸੁਰਮਾ ਪਾ। ਕਿਉਂ? ਇਸ ਕਰਕੇ ਕਿਉਂਕਿ ਤੂੰ ਉਸ ਮਾਲਕ ਪਰਮੇਸ਼ਰ ਪਰਮਾਤਮਾ ਦੀ ਪਤਨੀ ਹੈ। ਤੈਨੂੰ ਆਪਣੇ ਜੀਵਨ ਨੂੰ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰਨਾ ਪਵੇਗਾ। ਉਹਨੂੰ ਸ਼ੁਭ ਗੁਣ ਚੰਗੇ ਲੱਗਦੇ ਨੇ। ਉਦਾਹਰਨ ਦੁਨਿਆਵੀ ਆਪਾਂ ਇੱਥੇ ਥੋੜੀ ਜਿਹੀ ਵਰਤਾਂਗੇ। ਬਿਕ ਸਾਡੇ ਸਮਾਜਿਕ ਰੀਤ ਦੇ ਮੁਤਾਬਕ, ਗੁਰਬਾਣੀ ਮੁਤਾਬਕ ਨਹੀਂ। ਗੁਰਬਾਣੀ ਮੁਤਾਬਕ ਤਾਂ ਏਕ ਜੋਤ ਦੋਏ ਮੂਰਤੀ, ਧੰਨ ਪਿਰ ਕਹੀਐ ਸੋਏ। ਗੁਰਬਾਣੀ ਮੁਤਾਬਕ ਤਾਂ ਜ਼ਿਕਰ ਪਾਤਸ਼ਾਹ ਦਾ ਇਹ ਆ ਵੀ ਸਰੀਰ ਭਾਵੇਂ ਦੋ ਨੇ, ਦੋਵਾਂ ਸਰੀਰਾਂ ਦੀ ਵਿਚਾਰਧਾਰਾ ਇੱਕ ਹੋਣੀ ਚਾਹੀਦੀ ਆ। ਜੇ ਦੋਵਾਂ ਸਰੀਰਾਂ ਦੀ ਵਿਚਾਰਧਾਰਾ ਇੱਕ ਹੈ ਤਾਂ ਉਹਨਾਂ ਦੇ ਵਿੱਚ ਕਦੇ ਵੀ ਵਿਗਾੜ ਨਹੀਂ ਪਵੇਗਾ। ਆਪਾਂ ਕੱਲ ਵੀ ਸੁਣਿਆ ਸੀ ਵੀ ਜਦੋਂ ਮਨੁੱਖ ਆਪਣੀ ਆਤਮਾ ਦੀ ਗੱਲ ਸੁਣਨ ਲੱਗ ਜਾਵੇ ਤੇ ਮਨ ਦੀ ਗੱਲ ਸੁਣਨੋਂ ਹਟ ਜਾਵੇ, ਇਹ ਇੱਕ ਸ਼ਰਤੀਆ ਇਲਾਜ ਆ ਵੀ ਸਾਡੇ ਘਰ 'ਚ ਕਲੇਸ਼ ਨਹੀਂ ਰਹੂਗਾ। ਮੰਨ ਲਓ ਵੀ ਹਰ ਇੱਕ ਘਰ ਦੇ ਵਿੱਚ ਅੱਜ ਦੇ ਸਮੇਂ ਮੁਤਾਬਕ ਕਲੇਸ਼ ਆ, ਝਗੜਾ। ਉਹ ਝਗੜੇ ਦਾ ਹੱਲ ਕੀ ਆ, ਉਹਨੂੰ ਖਤਮ ਕਰਨ ਦਾ ਤਰੀਕਾ ਕੀ ਆ? ਮਨ ਦੀ ਗੱਲ ਸੁਣਨੋਂ ਹਟ ਜਾਓ, ਆਤਮਾ ਦੀ ਗੱਲ ਸੁਣਨ ਲੱਗ ਜਾਓ, ਝਗੜਾ ਖਤਮ ਹੋ ਜਾਊਗਾ। ਆਤਮਾ ਤਰਸ ਮੰਨਦੀ ਆ, ਮਨ ਤਰਸ ਨਹੀਂ ਮੰਨਦਾ। ਮਨ ਹੰਕਾਰੀ ਲਹਿਜੇ ਵਿੱਚ ਗੱਲ ਕਰਦਾ ਤੇ ਆਤਮਾ ਸਵੈਮਾਨ ਵਿੱਚ, ਨਿਮਰਤਾ ਵਿੱਚ ਗੱਲ ਕਰਦੀ ਹੈ। ਫਰਕ ਇੰਨਾ ਹੀ ਹੈ। ਹੁਣ ਇੱਥੇ ਸਾਡੇ ਸਮਾਜਿਕ ਰੀਤ ਦੇ ਮੁਤਾਬਕ ਮੰਨਿਆ ਗਿਆ ਵੀ ਪਤਨੀ ਦਾ ਦਰਜਾ ਛੋਟਾ ਤੇ ਪਤੀ ਦਾ ਦਰਜਾ ਜਿਹੜਾ ਹੈ ਉਹ ਵੱਡਾ। ਵੈਸੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਦਾ ਆਪਾਂ ਸਹਾਰਾ ਲੈ ਲਿਆ। ਹੋਰ ਪੜ੍ਹ ਲਓ, ਸੋ ਕਿਉ ਮੰਦਾ ਆਖੀਐ ਸਭ ਦੇ ਜ਼ਿਆਦਾ, ਜਿਤ ਜੰਮੈ ਰਾਜਾਨ, ਸਭ ਮੈਂ ਜੋਤ ਹੈ ਸੋਏ। ਗੁਰੂ ਸਾਹਿਬ ਨੇ ਤਾਂ ਗੱਲ ਹੀ ਖਤਮ ਕਰਤੀ। ਸਭ ਦੇ ਵਿੱਚ ਇੱਕੋ ਜੋਤ ਚੱਲ ਰਹੀ ਆ, ਸਾਰਿਆਂ ਦਾ ਇੱਕੋ ਜਿਹਾ ਭਾਵ, ਸਰੀਰ ਦੇ ਅੰਦਰ ਇੱਕੋ ਜਿਹਾ ਸਾਰਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਿਸਟਮ ਬਣਾਇਆ ਗਾ। ਉਹਦੇ ਵਿੱਚ ਕੋਈ ਮਤ ਭੇਦ ਨਹੀਂ। ਉਹਨੇ ਵਿਚਾਰਧਾਰਾ ਇਹ ਬਣਾ ਕੇ ਤੋਰੀ ਵੀ ਪਤਨੀ ਛੋਟੀ ਆ, ਪਤੀ ਵੱਡਾ ਗਾ। ਪਰ ਸਾਡੇ ਸਮਾਜ ਦੇ ਵਿੱਚ ਇਸ ਗੱਲ ਨੂੰ ਕਬੂਲ ਕੀਤਾ ਗਿਆ, ਮੰਨਿਆ ਗਿਆ। ਹੁਣ ਇੱਥੇ ਗੱਲ ਪਹੁੰਚ ਗਈ ਵੀ ਪਤਨੀ ਨੂੰ ਹੁਣ ਪਤੀ ਦੇ ਕਹੇ ਮੁਤਾਬਕ ਹੀ ਸਭ ਕੁਝ ਕਰਨਾ ਪੈਂਦਾ। ਤੇ ਜਿੱਥੇ ਅੱਜ ਨਾ ਸਿਆਣਪਾ ਜਿਹੜੇ ਪਰਿਵਾਰਾਂ ਦੇ ਵਿੱਚ, ਉੱਥੇ ਪਤੀ ਪਤਨੀ ਦੀ ਆਪਸ ਵਿੱਚ ਰਹਿ ਹੁੰਦੀ ਹੈ। ਇਹ ਨਹੀਂ ਹੁੰਦਾ ਵੀ ਪਤੀ ਜੋ ਕਰੇ ਉਹ ਪਤਨੀ ਨੂੰ ਸਵੀਕਾਰ ਕਰਨਾ ਪਊ, ਭਾਵੇਂ ਗਲਤ ਕਰੀ ਜਾਵੇ। ਨਾ, ਪਤਨੀ ਦਾ ਬਰੋਬਰ ਦਾ ਹੱਕ ਆ।
ਚੰਗਿਆਈ ਵਾਲੇ ਕੰਮ ਕਾਰਜ ਕਰੇ, ਸ਼ਾਬਾਸ਼ੇ ਦੇ ਪਾਤਰ ਬਣ ਕੇ ਉਹ ਆਪਾਂ ਨੂੰ ਪਤਾ ਸਾਡੇ ਸਮਾਜ ਦੇ ਵਿੱਚ ਪ੍ਰਧਾਨਤਾ ਖੱਟ ਸਕਦੀ ਹੈ। ਪਰ ਜੇ ਉਹਦੇ ਅੰਦਰ ਦੀ ਭਾਵਨਾ ਬੁਰੀ ਹੈ ਨਾ, ਫਿਰ ਮਾਫ ਕਰਨਾ, ਫਿਰ ਉਹਨੂੰ ਸਮਾਜਿਕ ਰੀਤ ਦੇ ਮੁਤਾਬਕ ਝਿੜਕਾਂ, ਉਲਾਂਭੇ, ਤਾਨੇ, ਮਿਹਣੇ ਝੱਲਣੇ ਪੈਣਗੇ। ਜੇ ਉਹਦਾ ਸੁਭਾਅ ਗੁਰੂ ਦੀ ਮੱਤ ਮੁਤਾਬਕ ਹੋ ਜਾਵੇ, ਫਿਰ ਬਰੋਬਰ ਦਾ ਦਰਜਾ, ਫਿਰ ਤਾਂ ਬਰੋਬਰ ਦਾ ਦਰਜਾ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਨਾ। ਇਸ ਕਰਕੇ ਵੀ ਗੁਰੂ ਦੀ ਨਿਗਾਹ 'ਚ ਤਾਂ ਦੋਵੇਂ ਧਿਰਾਂ ਇੱਕੋ ਨੇ, ਰੱਬ ਦੀ ਨਿਗਾਹ 'ਚ ਇੱਕੋ ਹੀ ਆ, ਪਰ ਸਮਾਜਿਕ ਰੀਤ ਮੁਤਾਬਕ ਫਰਕ ਆ। ਆਪਾਂ ਗੱਲ ਪਹਿਲਾਂ ਸਮਾਜਿਕ ਰੀਤ ਦੀ ਕੀਤੀ ਆ ਵੀ ਪਤਨੀ ਨੂੰ ਆਪਣੇ ਤਨ ਦਾ ਸ਼ਿੰਗਾਰ ਆਪਣੇ ਪਤੀ ਦੇ ਕਹਿਣੇ ਮੁਤਾਬਕ ਕਰਨਾ ਪੈਂਦਾ। ਵਾਹਿਗੁਰੂ ਭਲਾ ਕਰੇ, ਇਦੋਂ ਅੱਗੇ ਤੁਸੀਂ ਖਾਲੀ ਥਾਂ ਖੁਦ ਭਰ ਲਵੋਗੇ। ਪਰ ਜਿਹੜੀ ਗੱਲ ਇੱਥੇ ਪਾਤਸ਼ਾਹ ਨੇ ਦੱਸੀ ਹੈ ਨਾ ਵੀ ਅਸੀਂ ਆ ਉਹ ਮਾਲਕ ਪਰਮੇਸ਼ਰ ਪਰਮਾਤਮਾ ਦੀਆਂ ਜੀਵ ਆਤਮਾ, ਜਿੰਨਾ ਟਾਈਮ ਅਸੀਂ ਉਹਦੇ ਤੋਂ ਅਲੱਗ ਹਾਂ ਉਹਨਾਂ ਟਾਈਮ ਸਾਡੇ ਵਿੱਚ ਮਤਭੇਦ ਬਣਿਆ ਰਹੇਗਾ ਛੋਟੇ ਵੱਡੇ ਦਾ। ਜਿਸ ਦਿਨ ਸਾਡੀ ਜੀਵ ਆਤਮਾ ਉਹ ਪਰਮਾਤਮਾ ਦੇ ਹਰ ਇੱਕ ਪੁਆਇੰਟ ਨੂੰ ਮੰਨਣ ਲੱਗ ਗਈ ਨਾ, ਗੱਲ ਨੂੰ ਮੰਨਣ ਲੱਗ ਗਈ, ਉਹਦੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਫਿਰ ਤਾਂ ਗੁਰੂ ਸਿੱਖ ਗੁਰੂ ਹੈ, ਫਿਰ ਤਾਂ ਇੱਕੋ ਧਿਰ ਬਣ ਗਈ ਨਾ, ਫਿਰ ਤਾਂ ਪਾਤਸ਼ਾਹ ਕਹਿੰਦੇ ਫਰਕ ਹੀ ਖਤਮ ਆ। ਪਰ ਇੱਥੇ ਗੱਲ ਕੀਤੀ ਵੀ ਜੋ ਪਤੀ ਦੀ ਉਦਾਹਰਨ ਦਿੱਤੀ ਆ ਵੀ ਪਤੀ ਨੂੰ ਜੋ ਚੰਗਾ ਲੱਗਦਾ ਉਵੇਂ ਪਤਨੀ ਨੇ ਆਪਣੇ ਤਨ ਦਾ ਸ਼ਿੰਗਾਰ ਕੀਤਾ ਆਪਣੇ ਪਤੀ ਦੀ ਖੁਸ਼ੀ ਲਈ। ਇਵੇਂ ਜਿਵੇਂ ਇਹ ਮਨੁੱਖ, ਇਹ ਜੀਵ ਆਤਮਾ, ਤੂੰ ਵੀ ਉਹ ਪਰਮਾਤਮਾ ਦੀ ਪਤਨੀ ਆ ਤੇ ਪਰਮਾਤਮਾ ਦੀ ਪਤਨੀ ਹੋਣ ਕਰਕੇ ਤੂੰ ਉਹ ਪਰਮਾਤਮਾ ਦੇ ਕਹੇ ਅਨੁਸਾਰ ਆਪਣੇ ਮਨ ਤੇ ਤਨ ਦਾ ਸ਼ਿੰਗਾਰ ਕਰ। ਉਧਰ ਭਾਵੇਂ ਕੱਲੇ ਤਨ ਦਾ ਸ਼ਿੰਗਾਰ ਆ, ਮਨ ਦਾ ਸ਼ਿੰਗਾਰ ਨਹੀਂ ਹੈ। ਇੱਧਰ ਗੁਰੂ ਤਨ ਦਾ ਤੇ ਮਨ ਦਾ ਸ਼ਿੰਗਾਰ ਕਹਿੰਦਾ ਹੈਗਾ। ਸੁਰਮਾ ਪਾ, ਉਧਰ ਵੀ ਪਾਇਆ, ਤੂੰ ਵੀ ਪਾ, ਪਰ ਅਸੀਂ ਕਿਹੜਾ ਪਾਉਣਾ? ਸਾਡੀ ਆਤਮਾ ਨੇ ਕਿਹੜਾ ਸੁਰਮਾ ਪਾਉਣਾ? ਸਾਡੀ ਜੀਵ ਆਤਮਾ ਨੇ ਕਿਹੜਾ ਸ਼ਿੰਗਾਰ ਕਰਨਾ ਹੈ? ਫਿਰ ਉਹ ਪਾਤਸ਼ਾਹ ਨੇ ਬਾਣੀ ਵਿੱਚ ਦੱਸਿਆ। ਅੱਜ ਦੇ ਪਾਵਨ ਉਪਦੇਸ਼ ਵਿੱਚ ਉਹ ਗੱਲ ਕਹਿ ਦਿੱਤੀ। ਪਾਤਸ਼ਾਹ ਜੀ ਕਹਿੰਦੇ ਅੰਜਨ ਕਿਹੋ ਜਿਹਾ ਪਾਉਣਾਗਾ ਤੈਸਾ ਅੰਜੀਐ, ਜੈਸਾ ਪਿਰ ਭਾਵੈ। ਉਹ ਸੁਰਮਾ ਪਾ ਜਿਹੜਾ ਤੇਰੇ ਪਤੀ ਪਰਮਾਤਮਾ ਨੂੰ ਪਤਾ ਲੱਗੇ, ਚੰਗਾ ਲੱਗੇ, ਵਧੀਆ ਲੱਗੇ। ਹੁਣ ਆਪਾਂ ਉਹ ਸੁਰਮਾ ਗੁਰੂ ਨੂੰ ਪੁੱਛ ਲਈਏ ਵੀ ਉਹ ਸੁਰਮਾ ਕਿਹੜਾ ਗਾ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਆ, ਗਿਆਨ ਅੰਜਨ ਗੁਰ ਦੀਆ। ਤੇ ਪ੍ਰਭੂ ਪਰਮਾਤਮਾ ਪਤੀ ਨੂੰ ਕਿਹੜਾ ਸੁਰਮਾ ਚੰਗਾ ਲੱਗਦਾ? ਗਿਆਨ ਦਾ। ਕਿਉਂਕਿ ਪਾਤਸ਼ਾਹ ਨੇ ਬਾਣੀ ਦੇ ਵਿੱਚ ਹੀ ਦੱਸਿਆ ਨਾ, ਕਬੀਰ ਜਹਾਂ ਗਿਆਨ ਤਹ ਧਰਮ ਹੈ। ਜਿੱਥੇ ਗਿਆਨ ਆ ਨਾ ਉੱਥੇ ਧਰਮ ਆ। ਹੁਣ ਕੱਲ ਦੀ ਪਾਵਨ ਬਾਣੀ ਵਿੱਚ ਪਾਤਸ਼ਾਹ ਨੇ ਦੱਸਿਆ ਨਾ ਵੀ ਮਨ ਦੀ ਗੱਲ ਸੁਣਨੋਂ ਹਟ ਜੋ, ਆਤਮਾ ਦੀ ਗੱਲ ਸੁਣਨ ਲੱਗ ਜੋ। ਇਹ ਗਿਆਨ ਦੀ ਗੱਲ ਹੀ ਦੱਸਤੀ ਗੁਰੂ ਨੇ, ਤੇ ਇਸ ਗਿਆਨ ਦੀ ਗੱਲ ਨੇ ਸਾਡੇ ਘਰ ਦਾ ਕਲੇਸ਼ ਖਤਮ ਕਰ ਦਿੱਤਾ। ਗਿਆਨ ਰੂਪੀ ਅੰਜਨ ਸੁਰਮਾ ਤੈਂ ਆਪਣੀ ਅੱਖ ਵਿੱਚ ਪਾਉਣਾਗਾ। ਉਹ ਪਾਉਣਾ ਕਿਹੜੀ ਅੱਖ 'ਚ ਆ? ਉਹ ਸਰੀਰਕ ਅੱਖ 'ਚ ਨਹੀਂ ਪੈਂਦਾ। ਸਰੀਰਕ ਅੱਖ ਦੇ ਨਾਲ ਤਾਂ ਗਿਆਨ, ਜਿਹੜੇ ਵਾਲੇ ਅੱਖਰ ਆ ਨਾ ਜਿਨ੍ਹਾਂ ਨੇ ਸਾਨੂੰ ਪੌੜੀ ਤੇ ਚੜਾਉਣਾ, ਉਹ ਅੱਖਰ ਵੇਖਣੇ ਪੈਣਗੇ। ਸੁਰਤ ਦੀ ਅੱਖ ਨਾਲ ਸਮਝ ਕੇ ਦਿਮਾਗ ਵਿੱਚ ਸੰਭਾਲ ਕੇ ਉਹਨਾਂ ਮੁਤਾਬਕ ਚੱਲਣਾ ਪਵੇਗਾ। ਫਿਰ ਪਾਤਸ਼ਾਹ ਨੇ ਜ਼ਿਕਰ ਕੀ ਕੀਤਾ? ਗਿਆਨ ਅੰਜਨ, ਅੰਜਨ ਤੋਂ ਭਾਵ ਸੁਰਮਾ, ਕਾਲਖ ਕਹਿ ਲੋ। ਗਿਆਨ ਅੰਜਨ ਗੁਰ ਦੀਆ। ਜਦੋਂ ਮੇਰੇ ਗੁਰੂ ਕੋਲੋਂ ਮੈਨੂੰ ਗਿਆਨ ਰੂਪੀ ਅੰਜਨ ਸੁਰਮਾ ਮਿਲ ਗਿਆ ਨਾ, ਅਗਿਆਨ ਅੰਧੇਰ ਬਨਾਸ, ਅਗਿਆਨਤਾ ਦਾ ਹਨੇਰਾ ਮੇਰੀ ਜ਼ਿੰਦਗੀ ਚੋਂ ਖਤਮ ਹੋ ਗਿਆ, ਬਨਾਸ ਹੋ ਗਿਆ। ਤੇ ਫਿਰ ਕੀ ਗੱਲ ਬਣ ਗਈ? ਫਿਰ ਮੈਂ ਆਪਣੇ ਪਤੀ ਮਾਲਕ ਨੂੰ ਮਿਲ ਪਵੇ। ਕਿਉਂਕਿ ਪਹਿਲਾਂ ਮੈਂ ਹਨੇਰੇ ਵਿੱਚ ਸੀ ਤੇ ਹਨੇਰੇ ਦਾ ਸੁਭਾਅ ਕੁਦਰਤੀ ਤੌਰ ਤੇ ਵੀ ਬੰਦਾ ਚਾਹੇ ਸ਼ਾਹੂਕਾਰ ਆ ਤੇ ਚਾਹੇ ਗਰੀਬ ਆ, ਹਨੇਰਾ ਹਰੇਕ ਨੂੰ ਠੋਕਰ ਦਿੰਦਾ। ਹਨੇਰੇ ਵਿੱਚ ਰੱਸੀਆਂ ਵੀ ਸੱਪ ਲੱਗਦੀਆਂ ਨੇ। ਹਨੇਰੇ ਵਿੱਚ ਘਰ ਦੇ ਵਿੱਚ ਪਏ ਬੈੱਡ, ਕੁਰਸੀਆਂ, ਮੇਜ਼, ਫਰਨੀਚਰ ਦਾ ਸਮਾਨ ਜੋ ਹੈ ਨਾ, ਉਹ ਵੀ ਸਾਡੀ ਇਉਂ ਕਹਿ ਲੋ ਸੁੱਖ ਦੇਣ ਵਾਲੀ ਜਿਹੜਾ ਸਾਧਨ ਨਾਲ ਲੋੜ ਆ, ਉਹ ਵੀ ਸਾਡਾ ਦੁੱਖਾਂ ਦਾ ਕਾਰਨ ਬਣ ਜਾਂਦਾ। ਕਈ ਵਾਰ ਮਨੁੱਖ ਹਨੇਰੇ ਦੇ ਵਿੱਚ ਆਪਣਾ ਲੱਤ ਗੋਡਾ ਤੜਾ ਲੈਂਦਾ ਗਾ।
मतलब हनेरा दुखदाई है, दुख दिंदा सुख नहीं दिंदा। हुण जदों सानू गुरु कोलों ज्ञान रूपी चानण सुरमा मिल गया ना, ते फिर बंदा अज्ञानता दे हनेरे नूं बनास करके खत्म करके फिर परमात्मा वाले रस्ते ते तुर पिया। कबीर जहां ज्ञान तह धर्म है। फिर जिहड़े पासों सानू गुरु ने ज्ञान दिता फिर उस पासे असी तुर पे ते गुरु ने दस दिता पुत्र तू हुण धर्मी बन गया। क्यों? क्योंकि तेरे अंदर तरस दी भावना, तेरे अंदर दया दी भावना बन गई है। धौल धर्म दया का पूत, हुण तू धर्मी बन गया। धर्मी बन के दया बड़ी ते जिंदगी सुखाली हो गई। नरदई पने विच नहीं, दया वाले पण विच गुरु पातशाह कहंदे सुख आगा। इसे करके साहब सच्चे पातशाह ने कहा भी जो पति मालक नूं चंगा लगदा ना ऐ जीव इस्त्री, ओ तू अपने मन दा अपने तन दा शिंगार कर। किते बाहरी तौर ते दुनियावी शिंगारां विच ना उलझ के रह जावे। पर माफ करना, मैं इत्थे एक गल जरूर कहांगा। अज साडी कौम आ ना, ते इस कौम दे वारस ने जिहड़े वो सौ चुके ने, ते साडी जिहड़ी कौम आ वो उलझ के रह गई। काहदे विच? वो दुनियावी शिंगारां विच उलझ के रह गई। दुनियावी तल ते ना आपां नूं पता पग्गां ते दुमालियां दे विच बंदा उलझ के रह गया। माफ करना, गुरु पातशाह ने पग दी अहमियत दसी आ, दुमाले दी अहमियत दसी आ, इदी भाव कीमत भी दसी है भी किन्नी को कीमत है। पर सच जाणियो अज साडे समाज दे विच इह वी एक इस तरह दा फैशन बन गया, जिहड़े फैशन दे विच बंदा उलझ गया। इसे करके गुरुदेव पातशाह ने कहता भी तै उलझना नहीं है, तै असलीयत नूं समझ के अगे बढ़ना है, अगे चलना है, तां तेरी जिंदगी सुखाली बन सकती है। चलो वाहिगुरू भला करे, असी उलझ गए ना। उलझन दे विचों निकल के असी गुरु कोले पहुंच करके अपनी सही सेध लईए, भाव गुरु की पावन बाणी दा उपदेश अपनी जिंदगी च दृढ़ करिए, पक्का करिए। कह लो अंजन तैसा अंजिए जैसा फिर भावै, फिर मेरे मालक नूं की चंगा लगदा आपां ओह वेखीए। वैसे आपां बहुत वारी उदाहरण लैंदे आ, रोजाने उदाहरण लैंदे आ, क्योंकि मेन आ उदाहरण भी गुरु नानक साहब एक नूं नहीं अनेकां जीवां नूं मिले। ठग्गां नूं भी, धाड़वियां नूं भी, चोरां नूं भी, यारां नूं भी, ते भाई लालो वर्गे भले मानस पुरखां नूं भी मिले ने। सारियां भाव गल्लां गुरु नानक साहब दी जिंदगी च बतीत होईयां ने। उन्हां ने अपनी हड्ड-बीती इतिहास सानूं दित्ता हैगा। ते इतिहास नूं भुल्लण वाली कौम भी आपां नूं पता कुराहे पै जांदी आ, रस्ते तो खुंझ जांदी आ, भटक जांदी आ। हुण गुरु नानक साहब जी दे कोल भी जांदे ने, उन्हां ने कदे तन दे शिंगार वल नहीं वेखिया। जदों गुरु नानक ने निगाह मारी है ना, तो केवल ते केवल मन दे शिंगार वाल ही निगाह मारी है, तन दे शिंगार वाल नहीं। हुण लालो दे घरे गए, ये नहीं वेख्या तेरे तन ते कपड़े किहो जे पहने आ, तेरे दुपट्टा पगड़ी दुमाला जां उस वक्त जो भी बन्निया जांदा ये किहो जा बन्नियागा, नवे कपड़े पाए, नवे दुमाले पगड़ी बन्नी आ कि किहो जी बन्नी, ये कुछ नहीं वेख्यागा। जे वेख्यागा तां वेख्या की आ तेरे मन दा शिंगार किहो जा। हुण मन दे विच की ने गुण ने, ते ओ भाई लालो वाले गुण आ जिहड़े ओ बाबे नानक नूं पसंद आ गए। शेख फरीद जी दे घर उन्हां दी गद्दी ते भाव गुरु नानक साहब पहुंचदे ने, उन्हां दे घर जा के नहीं वेख्यागा भी तुहाडे घर दे विच की कुछ है की कुछ नहीं है। जयदेव वर्गियां नूं पातशाह जी मिलदे ने, पर उन्हां दे घर विच जाके इदां दा माहौल नहीं वेख्या। तुहाडे घर दा तुहाडे तन दा शिंगार मैनूं जे चंगा लगू ना ते तां मैं आऊँगा, नहीं मैं तुहाडे घर नहीं आवांगा ना ना। मरदाने नूं मिलदे ने, मरदाने दे घर जाके ये नहीं वेख्या मरदाने तेरा शिंगार किहो जिहा कीता, बस गुरु नानक ने मन दा शिंगार वेख्या। मतलब कहण तो मुराद प्यार वालिओ, गुरु साहब ने अंदर दी सोच दे संबंध विच निगाह मारी आ, सोच चंगी आ कि माड़ी आ। ताइयों पातशाह ने इत्थे अज उसे पातशाह ने लिखिया अंजन तैसा
ਅੰਜੀਐ ਜੈਸਾ ਪਿਰ ਭਾਵੈ। ਜਿਹੜਾ ਅੰਜਨ ਸੁਰਮਾ ਅੱਖਾਂ ਵਿੱਚ ਇਹ ਜੀਵ ਇਸਤਰੀ ਤੂੰ ਪਾਉਣੀ ਹੈ, ਉਹ ਸੁਰਮਾ ਨਾ ਜੇ ਮਾਲਕ ਨੂੰ ਭਾ ਜਾਵੇ ਤਾਂ ਤੇਰੀ ਜਿਹੜੀ ਜ਼ਿੰਦਗੀ ਹੈਗੀ, ਜਿਹੜਾ ਤੇਰਾ ਜੀਵਨ ਆ ਨਾ, ਉਹ ਸੋਹਣਾ ਬਣ ਸਕਦਾ। ਤੇ ਅੱਜ ਮਾਫ ਕਰਨਾ, ਸਾਡੇ ਸਮਾਜ ਦੇ ਵਿੱਚ ਸਿਆਣੇ ਪਰਿਵਾਰਾਂ ਨੂੰ ਛੱਡ ਕੇ ਨਾ ਜ਼ਿਆਦਾਤਰ ਸੀਰਤ ਨੂੰ ਮਾਨਤਾ ਦੇਣ ਦੀ ਬਜਾਏ ਬੰਦਾ ਸੂਰਤ ਨੂੰ ਮਾਨਤਾ ਦਿੰਦਾ ਗਾ। ਇਉਂ ਕਹਿ ਲੋ, ਅਕਲ ਨੂੰ ਮਾਨਤਾ ਦੇਣ ਦੀ ਬਜਾਏ ਬੰਦਾ ਸ਼ਕਲ ਨੂੰ ਮਾਨਤਾ ਦਿੰਦਾ ਗਾ। ਗੁਣ ਵੇਖਣ ਦੀ ਬਜਾਏ ਨਾ ਬੰਦਾ ਅੰਦਰ ਦੀ ਸੀਰਤ ਸਿਆਣਪ ਵੇਖਣ ਦੀ ਬਜਾਏ ਬੰਦਾ ਸ਼ਕਲ ਨੂੰ ਮਾਨਤਾ ਦੇਣ ਲੱਗ ਗਿਆ। ਸ਼ਕਲ ਕਿਹੋ ਜਿਹੀ ਆ? ਨਹੀਂ, ਪਾਤਸ਼ਾਹ ਨੇ ਇਸ ਉਪਦੇਸ਼ ਵਿੱਚ ਸਾਨੂੰ ਇਹ ਵੀ ਸਮਝਾ ਦਿੱਤਾ, ਸ਼ਕਲ ਨਾ ਵੇਖ, ਅਕਲ ਵੇਖ। ਸੂਰਤ ਨਾ ਵੇਖ, ਸੀਰਤ ਵੇਖ। ਠੀਕ ਹੈ ਨਾ। ਹੁਣ ਆਪਾਂ ਇੱਥੋਂ ਸਮਝ ਲੈਣਾ ਚਾਹੀਦਾ, ਆਪਾਂ ਸਾਰੇ ਬੱਚਿਆਂ ਵਾਲੇ ਆ, ਬੱਚੀਆਂ ਵਾਲੇ ਆ। ਬੱਚੀਆਂ ਘਰੋਂ ਤੋਰਨੀਆਂ ਵੀ ਆ ਤੇ ਨੂੰਹਾਂ ਦੇ ਵਿੱਚ ਰੂਪ ਵਿੱਚ ਬੱਚੀਆਂ ਘਰੇ ਲੈ ਕੇ ਵੀ ਆਉਣੀਆਂ ਨੇ। ਸੀਰਤ ਵੇਖੀਏ, ਸੂਰਤ ਨਾ ਵੇਖੀਏ। ਸ਼ਕਲ ਵੱਲ ਨਹੀਂ, ਅਕਲ ਵੱਲ ਜ਼ਰੂਰ ਤੱਕੀਏ। ਪਾਤਸ਼ਾਹ ਕਹਿੰਦੇ ਫਿਰ ਤੇਰੀ ਜ਼ਿੰਦਗੀ ਸੁਖਾਲੀ ਆ, ਤੇਰੇ ਜੀਵਨ ਦਾ ਪੈਂਡਾ ਬਹੁਤ ਚੰਗਾ ਹੋਵੇਗਾ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਉਦਾਹਰਨ ਪਿੱਛੇ ਵੀ ਆਪਾਂ ਲੈਤੀ ਸੀ। ਸਤਿਗੁਰਾਂ ਦੇ ਘਰ ਇੱਕ ਬੇਟੀ ਨੇ ਜਨਮ ਲੈਤਾ, ਉਹ ਬੇਟੀ ਦਾ ਨਾਮ ਬੀਬੀ ਬੀਰੋ ਆ ਨਾ। ਹੁਣ ਦੇਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੂੰ ਲੋਕ ਬਾਦਸ਼ਾਹ ਨਹੀਂ ਕਹਿੰਦੇ, ਸੱਚੇ ਪਾਤਸ਼ਾਹ ਕਹਿ ਕੇ ਬੁਲਾਉਂਦੇ ਨੇ, ਪਰ ਪਾਤਸ਼ਾਹ ਨੇ ਆਪਣੀ ਬੇਟੀ ਦਾ ਵਿਆਹ ਆਨੰਦ ਕਾਰਜ ਗੁਰੂ ਪਾਤਸ਼ਾਹ ਜੀ ਦੇ ਹੁਕਮ ਵਿੱਚ, ਪਰਮਾਤਮਾ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਭਾਈ ਸਾਧਾ ਜੀ ਨਾਲ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਪਰਿਵਾਰ ਦੇ ਭਾਵ ਪੱਖ ਇਸ ਤਰ੍ਹਾਂ ਨਹੀਂ ਵੇਖੇ ਵੀ ਕਿੰਨੀ ਕੁ ਦੀ ਸ਼ਕਲ ਵਧੀਆ ਤੇ ਕਿੰਨੀ ਕੁ ਦੇ ਕੋਲ ਪ੍ਰਾਪਰਟੀ ਹੈ, ਕਿੰਨੀ ਕੁ ਭਾਵ ਆਪਣੇ ਵੱਲੋਂ ਧਨ ਦੌਲਤ ਦਾ ਮਾਲਕ ਹੈ। ਨਾ, ਉਹਨਾਂ ਦੇ ਗੁਣ ਵੇਖੇ ਨੇ। ਤੇ ਆਨੰਦ ਕਾਰਜਾਂ ਦੇ ਸਮੇਂ ਇਹ ਵੀ ਸਮਝਾਇਆ ਕਿ ਬੀਬੀ ਵੀਰੋ ਨੂੰ ਵੀ ਤੁਸੀਂ ਨਾ ਅੱਜ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬੇਟੀ ਹੋ, ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਗੁਜ਼ਾਰਿਆ। ਤੁਹਾਡੇ ਇਰਦ ਗਿਰਦ ਸੇਵਾਦਾਰ ਰਹਿੰਦੇ ਨੇ, ਪਰ ਅੱਜ ਤੋਂ ਬਾਅਦ ਤੁਹਾਨੂੰ ਮੰਜੇ ਤੇ ਸੋਹਣੇ ਬਿਸਤਰਿਆਂ ਤੇ ਤੁਲਾਈਆਂ ਵਿਛਾਈਆਂ ਮਿਲਣ ਦੀ ਬਜਾਏ ਭੁੰਜੇ ਵੀ ਪੈਣਾ ਪੈ ਜਾਵੇ ਨਾ, ਤਾਂ ਉਹ ਵੀ ਕਬੂਲ ਕਰਨਾ ਪਊਗਾ। 36 ਪਦਾਰਥ ਖਾਂਦੇ ਰਹੇ ਹੋ, ਚੰਗਾ ਚੋਖਾ ਖਾਂਦੇ ਰਹੇ ਹੋ, ਪਰ ਅੱਜ ਤੋਂ ਬਾਅਦ ਤੁਹਾਨੂੰ ਆਪਣੇ ਪਤੀ ਦੇ ਘਰ ਵਿੱਚ ਰਹਿੰਦਿਆਂ ਹੋਇਆਂ ਰੁੱਖਾ ਭੋਜਨ ਜਾਂ ਭੁੱਖਾ ਵੀ ਰਹਿਣਾ ਪੈ ਜਾਏ ਨਾ, ਤੇ ਸਵੀਕਾਰ ਕਰਨਾ ਪਊਗਾ। ਇਹ ਨਾ ਹੋਵੇ ਚੱਕ ਕੇ ਝੁੱਗਾ ਚੁੰਨੀ ਤੇ ਇੱਥੇ ਆ ਜਾਵਾਂ। ਮਤਲਬ ਬੀਬੀ ਨੂੰ ਜਾਂਦਿਆਂ ਗੁਰੂ ਸਾਹਿਬ ਨੇ ਇੱਕ ਰੱਬ ਦੇ ਭਾਣੇ ਵਿੱਚ ਰਹਿਣ ਦੀ, ਰਜਾ ਵਿੱਚ ਰਹਿਣ ਦੀ ਗੱਲ ਸਮਝਾਈ ਆ। ਤੇ ਜਿਸ ਬੇਟੇ ਦੇ ਨਾਲ ਵਿਆਹ ਹੁੰਦਾ ਨਾ, ਤੇ ਚੇਤਾ ਰੱਖਿਓ ਬਿਲਕੁਲ ਗਰੀਬ ਆ। ਇੱਥੋਂ ਸਾਨੂੰ ਸਿੱਧ ਹੁੰਦਾ ਵੀ ਗੁਰੂ ਸਾਹਿਬ ਜੀ ਨੇ ਸੀਰਤ ਨੂੰ ਮਾਨਤਾ ਦਿੱਤੀ ਆ, ਸੂਰਤ ਨੂੰ ਮਾਨਤਾ ਨਹੀਂ ਦਿੱਤੀ। ਚਲੋ ਪਾਤਸ਼ਾਹ ਜੀ ਕਹਿੰਦੇ ਨੇ ਅੱਜ ਸਾਡੇ ਸਮਾਜ ਦੀ ਜਿਹੜੀ ਰੀਤ ਆ ਨਾ, ਉਹ ਭਾਈ ਸੂਰਤ ਨੂੰ ਮਾਨਤਾ ਦਿੰਦੇ ਨੇ। ਵਾਹਿਗੁਰੂ ਭਲਾ ਕਰੇ, ਆਪਾਂ ਸੂਰਤ ਬਲਣਾ, ਸੀਰਤ ਬਲ ਤੱਕੀਏ ਵੀ ਸੀਰਤ ਸੁਭਾਅ, ਬੰਦੇ ਦੀ ਸੋਚ, ਬੰਦੇ ਦੀ ਅੰਦਰ ਦੀ ਸਿਆਣਪ, ਗੁਣ, ਅਕਲ ਕਿੰਨੀ ਕੁ ਹੈ। ਤਾਈਓ ਗੁਰੂ ਸਾਹਿਬ ਨੇ ਕਿਹਾ ਜੇ ਤੂੰ ਪਰਮਾਤਮਾ ਦੇ ਅੱਗੇ ਕਬੂਲ ਹੋਣਾ ਤਾਂ ਤੈਨੂੰ ਭਾਈ ਆਪਣੀ ਸੁਰਤ ਦੀ ਅੱਖ 'ਚ ਗਿਆਨ ਰੂਪੀ ਸੁਰਮਾ ਜਿਹੜਾ ਹੈ ਉਹ ਪਾਉਣਾ ਪਵੇਗਾ। ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ। ਜਿਹੜਾ ਉਹ ਪਰਮਾਤਮਾ ਨੂੰ ਚੰਗਾ ਲੱਗ ਜਾਵੇ, ਉਹ ਪਰਮਾਤਮਾ ਨੂੰ ਗਿਆਨ ਰੂਪੀ ਸੁਰਮਾ ਜਿਹੜਾ ਹੈ ਉਹ ਚੰਗਾ ਲੱਗਦਾ। ਮਤਲਬ ਕਹਿਣ ਤੋਂ ਭਾਵ ਸਿੱਧਾ ਦੇਸੀ ਗੱਲ ਵੀ ਪਰਮਾਤਮਾ ਨੂੰ ਗੁਣਾਂ ਦਾ ਧਾਰਨੀ ਬੰਦਾ ਵਧੀਆ ਲੱਗਦਾ, ਜਿਹਦੇ ਵਿੱਚ ਗੁਣ ਨੇ।
ਔਗਣਹਾਰੀ ਬੰਦਾ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾਗਾ। ਕਿਉਂ? ਕਿਉਂਕਿ ਪਰਮਾਤਮਾ ਨੇ ਸਾਰੇ ਗੁਣਾਂ ਦਾ ਬੰਦੇ ਨੂੰ ਖਜ਼ਾਨਾ ਸੌਂਪ ਕੇ ਨਾ ਫਿਰ ਧਰਤੀ ਤੇ ਘੱਲਿਆ ਸੀ, ਪਰ ਬੰਦੇ ਨੇ ਆਪਣੇ ਗੁਣਾਂ ਦਾ ਖਜ਼ਾਨਾ ਗਵਾ ਲਿਆ। ਬਾਪੂ ਵੱਲੋਂ ਬਣਾਈ ਹੋਈ ਜਾਇਦਾਦ ਕੋਈ ਬੱਚਾ ਨਾ ਬੇਟਾ ਖਰਾਬ ਕਰ ਦੇਵੇ ਤੇ ਹੁਣ ਬਾਪੂ ਨੂੰ ਪੁੱਛ ਕੇ ਵੇਖੋ ਕਿ ਬਾਪੂ ਦਾ ਕੀ ਹਾਲ ਹੋਵੇਗਾ। ਜਦੋਂ ਮਨੁੱਖ ਨੇ ਜਨਮ ਲੈਤਾ ਨਾ ਉਦੋਂ ਤਾਂ ਬਿਲਕੁਲ ਬੇਦਾਗ ਸੀ ਨਾ। ਉਹ ਬੇਦਾਗ ਤੋਂ ਕਿਸੇ ਤੋਂ ਹੁੰਦਾ ਕਿ ਸਾਨੂੰ ਪਰਮਾਤਮਾ ਨੇ ਗੁਣ ਦੇ ਕੇ ਤੋਰੇ ਨੇ। ਸਾਡੇ 'ਚ ਗੁਣ ਹੀ ਗੁਣ ਸਨ, ਔਗਣ ਇੱਕ ਵੀ ਨਹੀਂ ਸੀ। ਨਾ ਸਾਡੇ 'ਚ ਈਰਖਾ, ਨਾ ਜੈਲਸੀ, ਨਾ ਨਿੰਦਿਆ, ਨਾ ਚੁਗਲੀ, ਨਾ ਬਚਪਨ ਵਿੱਚ ਮਾੜਾ ਵੇਖਣਾ, ਨਾ ਮਾੜਾ ਬੋਲਣਾ। ਸਾਡਾ ਸੁਭਾਅ ਉਹ ਪਰਮਾਤਮਾ ਦੇ ਸੁਭਾਅ ਵਰਗਾ ਸੀ। ਉਹਨੇ ਇੰਨੇ ਗੁਣ ਦੇ ਕੇ ਤੋਰੇ, ਜਿਉਂ-ਜਿਉਂ ਵੱਡੇ ਹੁੰਦੇ ਗਏ ਤਿਉਂ-ਤਿਉਂ ਵਿਗੜਦੇ ਗਏ। ਫਿਰ ਪਾਤਸ਼ਾਹ ਜੀ ਨੂੰ ਕਹਿੰਦੇ ਵਿਗੜੇ ਹੋਏ ਪੁਰਖ ਚੰਗੇ ਨਹੀਂ ਲੱਗਦੇਗੇ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਭਾਈ ਤੂੰ ਉਹ ਸੁਰਮਾ ਪਾ ਆਪਣੀ ਅੱਖ ਦੇ ਵਿੱਚ ਜਿਹੜਾ ਸੁਰਮਾ ਉਹ ਪਰਮਾਤਮਾ ਨੂੰ ਭਾ ਜਾਵੇ, ਤੇਰੇ ਮਾਲਕ ਨੂੰ ਚੰਗਾ ਲੱਗਣ ਲੱਗ ਜਾਵੇ। ਅੰਜਨ ਤੈਸਾ ਅੰਜੀਐ ਤੈਸਾ ਪ੍ਰਭਾਵੈ, ਸਮਝੈ ਸੂਝੈ ਜਾਣੀਐ ਆਜ ਜੇ ਆਪ ਜਣਾਵੈ। ਉਹ ਵਾਹਿਗੁਰੂ ਕਿਰਪਾ ਕਰੇ ਤਾਂ ਸਾਨੂੰ ਜ਼ਿੰਦਗੀ ਦੀ ਸੂਝ ਮਿਲ ਸਕਦੀ ਹੈ। ਅਰਥ ਭਾਵ ਕੀ ਬਣ ਗਏ? ਗੁਰੂ ਬਖਸ਼ਿਸ਼ ਕਰੇ। ਪਰਮਾਤਮਾ ਨੇ ਬਖਸ਼ਿਸ਼ ਤਾਂ ਕਰਤੀ, ਸਾਨੂੰ ਬੰਦੇ ਬਣਾਤਾ। ਹੁਣ ਅੱਗੇ ਅਸੀਂ ਗੁਰੂ ਕੋਲੇ ਆਉਣਾ, ਗੁਰੂ ਦੀ ਨਿਗਾਹ 'ਚ ਬਖਸ਼ਿਸ਼ ਦੇ ਪਾਤਰ ਬਣਨਾਗਾ ਆਪਾਂ। ਜਿੰਨਾ ਟਾਈਮ ਗੁਰੂ ਨਾਲ ਸਾਡੀ ਮਿਲਣੀ ਨਹੀਂ ਹੁੰਦੀ ਉਹਨਾਂ ਟਾਈਮ ਅਸੀਂ ਬਖਸ਼ਿਸ਼ ਦੇ ਪਾਤਰ ਮਤਲਬ ਗਿਆਨ ਦੀ ਦਾਤ ਨਹੀਂ ਲੈ ਸਕਾਂਗੇ। ਪਰਮਾਤਮਾ ਨੇ ਆਪਾਂ ਨੂੰ ਜਨਮ ਦਿੱਤਾ, ਸਾਡੇ ਤੇ ਬਹੁਤ ਵੱਡਾ ਪਰ ਉਪਕਾਰੀ ਧਰਮੀ ਕੰਮ ਕੀਤਾਗਾ, ਪਰ ਉਦੋਂ ਅੱਗੇ ਗੁਰੂ ਦੀ ਜ਼ਰੂਰ ਲੋੜ ਆ। ਮੈਂ ਇੱਥੇ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇਵਾਂਗਾ। ਇੱਕ ਗੱਲ ਨੂੰ ਸਮਝਣ ਦੇ ਵਾਸਤੇ ਨਾ ਮੰਨਿਆ ਜਾਂਦਾ ਵੀ ਬੱਚੇ ਦੀ ਪਹਿਲੀ ਟੀਚਰ ਮਾਂ। ਪਰ ਚੇਤਾ ਰੱਖਿਓ ਇਹ ਗੱਲ ਕਹੀ ਤਾਂ ਗਈ ਆ, ਪਰ ਅੱਜ ਤੱਕ ਕੋਈ ਐਸੀ ਮਾਂ ਹੈ ਜਿਨੇ ਆਪਣੇ ਬੱਚੇ ਨੂੰ ਆਪਣੇ ਵੱਲੋਂ ਸਕੂਲ ਭੇਜਣ ਦਾ, ਟੀਚਰ ਕੋਲੇ ਭੇਜਣ ਦਾ ਯਤਨ ਨਾ ਕੀਤਾ ਹੋਵੇ। ਤੇ ਮਾਂ ਇਸ ਗੱਲ ਨੂੰ ਦਿਲ ਚੋਂ ਕਬੂਲ ਕਰੇ। ਜੇ ਲੋਕ ਕਹਿੰਦੇ ਆ ਨਾ ਮਾਂ ਬੱਚੇ ਦੀ ਪਹਿਲੀ ਟੀਚਰ ਆ, ਤੇ ਲੈ ਪੁੱਤ ਤੈਨੂੰ ਜਿੰਨੀ ਵੀ ਤੇਰੀ ਪੜ੍ਹਾਈ ਆ ਸਾਰੀ ਦੀ ਸਾਰੀ ਪੜ੍ਹਾਈ ਦਾ ਜਿੰਮਾ ਮੇਰੇ ਸਿਰ ਤੇ ਆ, ਮੈਂ ਤੈਨੂੰ ਪੜ੍ਹਾਵਾਂਗੀ। ਨਹੀਂ, ਮਾਂ ਦਾ ਫਰਜ਼ ਸੀ ਜਨਮ ਦੇਣਾ, ਅੱਗੋਂ ਪਰਵਰਿਸ਼ ਕਰਨੀ, ਪਾਲਣਾ। ਤੇ ਉਹ ਬੱਚੇ ਨੂੰ ਪੜ੍ਹਾਉਣ ਦੇ ਲਈ ਸਾਨੂੰ ਕਿਸੇ ਨਾ ਕਿਸੇ ਪਾਠਸ਼ਾਲਾ ਵਿੱਚ, ਮਦਰਸੇ ਵਿੱਚ, ਕਿਸੇ ਸਕੂਲ ਦੇ ਵਿੱਚ ਭੇਜਣਾ ਪਵੇਗਾ ਹੀ ਪਵੇਗਾ। ਇਹ ਤਾਂ ਕੇਵਲ ਗੁਰੂ ਨਾਨਕ ਸਾਹਿਬ ਦੇ ਹਿੱਸੇ ਸੇਵਾ ਆਈ ਆ, ਜਿਨ੍ਹਾਂ ਦੇ ਬਾਪ ਨੇ ਟੀਚਰ ਕੋਲੇ ਭੇਜਿਆ ਜ਼ਰੂਰ ਸੀ, ਪਰ ਗੁਰੂ ਨਾਨਕ ਸਾਹਿਬ ਜੀ ਅੱਗੇ ਟੀਚਰ ਝੁਕ ਗਿਆ। ਉਹ ਆਪਾਂ ਸਾਰੇ ਸਮਝਦੇ ਹਾਂ। ਚਲੋ ਵੀ ਟੀਚਰ ਨੂੰ ਵੀ ਮੰਨਣਾ ਪਿਆ ਵੀ ਤੁਸੀਂ ਬੜੇ ਗਿਆਨਵਾਨ ਹੋ, ਤੁਹਾਨੂੰ ਮੈਂ ਕੀ ਪੜ੍ਹਾਵਾਂ ਹੁਣ। ਪਰ ਗੁਰੂ ਨਾਨਕ ਸਾਹਿਬ ਨੂੰ ਵੀ ਇੱਕ ਪਾਠਸ਼ਾਲਾ ਦੇ ਵਿੱਚ, ਬੱਚਿਆਂ ਦੇ ਵਿੱਚ, ਸਕੂਲ ਦੇ ਵਿੱਚ ਜਾਣਾ ਪਿਆ। ਤੇ ਦਸ਼ਮੇਸ਼ ਪਿਤਾ ਬਾਰੇ ਵੀ ਪੜ੍ਹਦੇ ਆ ਨਾ ਆਪਾਂ ਵੀ ਦਸ਼ਮੇਸ਼ ਪਿਤਾ ਦੀ ਸਾਰੀ ਸਿਖਲਾਈ ਗੁਰੂ ਪਿਆਰਿਆਂ ਨੇ ਖੁਦ ਕਰਵਾਈ, ਮੁਹੰਮਦ ਸਲੋਹ ਵਰਗਿਆਂ ਨੇ। ਅਨੇਕਾਂ ਗੁਰੂ ਦੇ ਨਾਨਕ ਦੇ ਦਰ ਤੇ ਵਿਦਵਾਨ ਰਹਿੰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਸਤਰ ਵਿਦਿਆ ਸਿਖਲਾਈ, ਘੋੜ ਸਵਾਰੀ, ਤੀਰ ਅੰਦਾਜ਼ੀ, ਹੋ ਵੀ ਜੋ ਵਾਰੀ ਤੌਰ ਤੇ ਵਿਦਿਆ ਦੀ ਜਿਹੜੀ ਨੌਲੇਜ ਆ ਨਾ, ਗਿਆਨ ਹੈਗਾ, ਉਹ ਬਾਬਾ ਬੁੱਢਾ ਜੀ ਵਰਗਿਆਂ ਨੇ ਦਿੱਤਾ। ਮੇਰੇ ਕਹਿਣ ਤੋਂ ਭਾਵ ਗੱਲ ਕੀ ਆ ਵੀ ਮਾਂ ਜਨਮ ਦਿੰਦੀ ਆ ਪਰ ਬੱਚੇ ਨੂੰ ਪੜ੍ਹਾਉਂਦੀ ਨਹੀਂ ਹੈ। ਹਾਂ, ਉਹ ਇੱਕ ਅਲੱਗ ਵਿਸ਼ਾ ਜਿਹੜਾ ਆਪਾਂ ਚਲਦੀ ਗੱਲ ਕਹਿ ਦਿੰਦੇ ਆ ਵੀ ਮਾਂ ਪਹਿਲਾ ਟੀਚਰ ਆ। ਉਹ ਟੀਚਰ ਕਹਿਣਾ ਕੋਈ ਗੁਨਾਹ ਨਹੀਂ ਹੈ, ਪਰ ਮਾਂ ਨੇ ਉਹਨੂੰ ਤੁਰਨਾ ਸਿਖਾਤਾ, ਉਹਨੂੰ ਖਾਣਾ ਸਿਖਾਤਾ, ਉਹਨੂੰ ਬੋਲਣਾ ਸਿਖਾਤਾ, ਉਸ ਬੱਚੇ ਨੂੰ ਸੁਣਨਾ ਸਿਖਾਤਾ। ਇਹ ਸਾਰੀ ਕਾਰਵਾਈ ਮਾਤਾ ਦੇ ਹੱਥ 'ਚ ਆ। ਉਹ ਪਰਮਾਤਮਾ ਦੀ ਬਖਸ਼ਿਸ਼ ਦੁਆਰਾ, ਉਹ ਮਾਂ ਦੇ ਅੰਦਰ ਪਰਮਾਤਮਾ ਨੇ ਇਹ ਸਾਰਾ ਕੁਝ ਪੈਦਾ ਕਰਕੇ ਤੋਰਿਆ, ਤੇ ਪਰਮਾਤਮਾ ਦੀ ਦਿੱਤੀ ਹੋਈ ਦਾਤ ਵਿੱਚੋਂ ਮਾਂ ਨੇ ਆਪਣੇ ਬੱਚੇ ਨੂੰ ਕੁਝ ਨਾ ਕੁਝ ਇਹ ਕੁਝ ਸਿਖਾਇਆ। ਤੇ ਬਾਕੀ ਜਿਹੜੀ ਸਕੂਲੀ ਪੜ੍ਹਾਈ ਆ ਉਹ ਮਾਂ ਨੇ ਹੱਥ ਬੰਨ੍ਹ ਲਈ, ਕਹਿੰਦੀ ਇਹ ਨਹੀਂ ਪੁੱਤ ਮੈਨੂੰ ਆਉਂਦੀ, ਕੀ ਇਹ ਤਾਂ ਤੈਨੂੰ ਸਕੂਲ ਹੀ ਜਾਣਾ ਪਊਗਾ। ਮੇਰੇ ਕਹਿਣ ਤੋਂ ਭਾਵ ਵੀ ਮਾਂ ਨੇ ਜਨਮ ਦੇ ਕੇ ਕੁਝ ਆਪਣਾ ਫਰਜ਼ ਅਦਾ ਕੀਤਾ, ਪਰ ਪੜ੍ਹਾਈ ਆ ਜਿਹੜੀ ਉਹ ਆਪਾਂ ਨੂੰ ਟੀਚਰ ਕੋਲੋਂ ਜਾ ਕੇ ਮਿਲੂ, ਸਕੂਲ ਦੇ ਵਿੱਚੋਂ ਜਾ ਕੇ ਮਿਲੂਗੀ। ਇਵੇਂ ਜਿਵੇਂ
परमात्मा अकाल पुरख वाहिगुरू जी साडी मां रूप ने, उन्हां ने साडे शरीर नूं इस धरती ते जीव आत्मा नूं इस धरती ते लेके आंदा। उन्हां दा फर्ज आ हर एक जीव नूं जन्म देना। पर अगली गल की आ, उस तो बाद ओही परमात्मा जिहड़ा परमात्मा सानू इस धरती ते लेके आया ना, उसे ही परमात्मा नूं मिलण दे लई, ओही ही परमात्मा नूं पाउण दे लई, खुश करन दे लई सानू टीचर गुरु कोले तां जरूर जाना ही पऊगा। किसे कोल भी सानू सरदा नहीं है। ते वो टीचर कौन आ? स्कूल वाला साडा उस्ताद मास्टर कौन आ? वो गुरु ग्रंथ साहिब आ। गुरु अलग आ ना। फिर ये गुरु ने सानू परमात्मा नाल मिलाउणा। हुण जिहड़े माता पिता ने जन्म दिता, उन्हां माता पिता की संभाल बारे सानू स्कूल दे विचों सियाणा टीचर, वैसे अजकल टीचर ऐसा मत्था नहीं मार देगे, पर जिहड़े सियाणे उस्ताद आ ना, सियाणे टीचर ने, वो जरूर ये गल्लां दसदे आ, बच्चों वड्डियां दा सत्कार, माता पिता नाल प्यार, भैण भाइयां नाल प्यार वध तो वध रखना। सियाणे टीचरां ने अपनी किताब विच भी लिख के दे दिता, नोटबुक विच भी लिख के दे दिता। देखो जिहड़ी मां ने जन्म दिता, वो मां दे सत्कार बारे सानू स्कूल दे टीचर नूं दसना पिया भी तुसीं अपने मापिਆਂ दा सत्कार जरूर करनागा। जिहड़े परमात्मा ने जन्म दिता ते ओ परमात्मा बारे गुरु ग्रंथ साहिब महाराज शब्द रूपी साडे गुरु ने ना सानू दसिया भी परमात्मा दा शुकराना परमात्मा दे आखे तैनूं लगना ही पवेगा। ये नहीं है भी तू परमात्मा तो मुनकर हो जावे। मैं तेरे लिए सब कुछ नहीं, मैं तेरे लिए बहुत कुछ हाँ। कहण तो भाव स्कूल दा टीचर कहंदा सब कुछ नहीं, सब कुछ तेरे लिए तेरे मापे ने, पर मैं बहुत कुछ हांगा। भाव सब कुछ तेरे लिए मापे ने। इत्थे गुरु की कहंदा साडे सारिਆਂ दे पिछे जो भी कार्रवाई हुंदी है, चिंगियाई बुरियाई, असीं चलदे फिरदे आ, खा पी रहे हैं, सब परमात्मा दे हुक्म च आना। फिर ये गुरु ने सानू साडे गुरु ग्रंथ साहिब महाराज ने दस दिता भी बेटा सारा हथ ना तेरे पिछे परमात्मा दागा, ते परमात्मा नूं भुल्ली ना, भावें तू पहली पौड़ी ते आ ते भावें तू सिखरली पौड़ी ते आ। कहण तो भाव भावें तू गरीब आ ते भावें तू अमीर आ, पर कदे तैं परमात्मा नूं नहीं भुल्लणागा। ये सानू फिर साडे गुरु ने उपदेश दितागा ते फिर ये उपदेश सुन के असीं मनना। यही गल बन गई ना। फिर जो ये उपदेश सुन के मन लिया, फिर असीं गुरु दे परमात्मा दे कहने विच जिंदगी जीउण लग गए ना। फिर इत्थे साडी जिंदगी च दो टीचर आ गए, एक मां बाप ते दूजा स्कूली टीचर। दोनां दी मदद नाल कुछ ज्ञान मैं मापिਆਂ तो इकट्ठा कीता ते कुछ ज्ञान मैं स्कूल दे टीचर तो इकट्ठा कीता। फिर मैं कित्थे पहुंच गया? मैं वड्डे तो वड्डे रैंक तक पहुंच गया, वड्डी तो वड्डी जॉब तक, वड्डे तो वड्डा लीडर, वड्डे तो वड्डा अफसर बन गया, विज्ञानी बन गया। मैं दो धिरां दे ज्ञान सदका, रब जी ते एक गुरु जी, दोनां दी कृपा सदका भाई मैं दुनिया दे विच ऐसा महान बन गया। कैसा बन गया? जैसा गुरु नानक साहिब है। दोनों धिरां दे ज्ञान। जे परमात्मा नूं भुल गए तां भी गड़बड़ा, गुरु नूं भुल गए तां भी गड़बड़ा। ना आपां गुरु नूं भुलना, ना आपां परमात्मा नूं भुलना। जे कल्ले स्कूल विच ना जाइए ना, माता पिता के दायरे विच रहिए, तां आपां नूं पता भी आपां कुछ भी नहीं खट सकांगे, सानूं स्कूली टीचर कोल जरूरी है जाना। जे मापिਆਂ नूं भुल गए, स्कूल दे टीचर दी लड़ लग गए ते फिर भी गड़बड़ा। फिर असीं की बन जावांगे? फिर असीं प्यारे बनण दी बजाए दुप्यारे बन जावांगे। भाव साडी जिंदगी च ना प्यार दी थां ते फिर सानू गुरु पातशाह जी की कृपा सदका मापिਆਂ दे कुछ गुणां बारे कुछ नहीं पता लगेगा। दुखियारे बन जावांगे, फिर असीं मापिਆਂ दे कतल करन वाले बन जावांगे, परमात्मा दे कतलहारे बन जावांगे जी गुरु परमेश्वर परमात्मा दे हुक्म नूं ना मन्निया। इसे करके साहब सच्चे पातशाह ने कह दिता, अंजन तैसा अंजीए जैसा पिर भावै। अगे पातशाह कहते समझै सूझै जानिए, तू समझ भी
ते समझ के सियाणा भी बन। समझै सूझै जानिए ते जान के फिर सीधे रस्ते ते चल भी ये तेरे लिए भले दी गल है। अगे पातशाह जिक्र करते ने समझै सूझै जानिए जे आप जनावै मार्ग पावै आपे मनुआ लेवे। वो वाहिगुरु किरपा करे फिर सानू आपे ही मार्ग ते पाउंदा है ते वाहिगुरु जी वालों दिते हुए मार्ग ते तुर के असीं अपनी जिंदगी सफल कर सकते। मापिया ने सही मार्ग देता गुरु कोले जा ते गुरु ने सानू मापिया दे कम्मां बारे फर्जां बारे समझा दिता भी इदां नहीं इउं कर भाई। हुण इत्थे पातशाह जी कहंदे फिर वाहिगुरु इदां भाई विध बना के ना साडे जीवन नूं तरक्की बख्शदा, साडे जीवन दे विच चंगियाई बख्शदा है। अगे पातशाह जिक्र करदे ने कर्म सुकर्म कराए आपे कीमत कौन। पातशाह जी कहंदे आपे वे ते फिर पातशाह जी कहते ना कर्म सो कर्म, चंगे कर्म ते आम कर्म। इत्थे कोई कर्म नहीं कीता लिखिया गा, इत्थे चंगे ते आम कर्मां दी गल कीती है। कर्म तो भाव कम, एक तां कम ओह आ जिहड़ा केवल बंदा अपने लिए करदा। सुकर्म ओह कर्म है जिहड़ा आपां अपने लिए भी करिए ते होरां लिए भी करिए। साडी जिंदगी दा भी भला होवे ते होरां दा भी भला होवे, इहनूं सुकर्म कहंदे ने। ते किसान नूं ताईं आपां नूं पता ना की कहा जांदा गा, उत्तम खेती करन वाला अज ठीक आ रुल रहा गा। ओहदी जिंदगी है जिहड़ी ओह बहुत इउं कह लो भी खतरनाक पड़ाव ते पहुंच गई। जिन्हों भाव परमात्मा दा दूजा रूप मन्निया जाता किसान नूं, जिन्हों की कहा जाता अन्नदाता। देखो किड्डी वड्डी गल कही जाती है किसान भरा नूं अन्नदाता। हुण एक किसान दा सुभाव उन्हें अपने लिए भी अपने परिवार लिए भी करना ते फसल इन्नी पैदा करनी आ ते जिहड़ी किसान दी जमीन च पुंगरी हुई फसल आ ना वो पता नहीं किन्नियां कदे मूँह विच पैनी है जाके। अपनी बचत भी उहदे च अपना परिवार भी चला रहा ते होरां दे मूँह विच भी पा रहा है। ताइयों अन्नदाता कहा जाता, एवें नहीं कहा जाता। ठीक है भी अज जे इस कित्ते विच कह लो जां कित्ते नूं चलाउण वालियां धिरां जिहड़ियां साडियां सिर ते बैठियां ने उन्हां दे दिमाग विच कह लो गंदलापन आ गया, वो वखरी गल आ। खतरनाक पड़ाव ते पहुंच गई ना, वो एक अलग विषय बन गया भी क्यों पहुंचे आपां। वाहिगुरू भला करे कदे फिर विचार करांगे। पर इत्थे गुरु साहब जी कहंदे तू अपने लिए भी कर ते होरां लिए भी। एक ही आ सो कर्म, कर्म सो कर्म। वो परमात्मा कहंदे फिर ना जिन्हां नूं सूझ दे दिंदा, सूझ तो भाव जिन्हां नूं ज्ञान दे दिंदा ना फिर ओही बंदा करदा। ते को कर्म वो करदा जिहड़ा परमात्मा वल्लों टुट जावे। फिर मैं इत्थे दोबारा स्कूल की उदाहरण नहीं देवांगा क्योंकि पहला अपना विषय नाल स्कूल दा तुरिया आउंदा भी माता पिता ने फर्ज अदा किया, बच्चे नूं जन्म दिता, अगों माता पिता ने बच्चे नूं पढ़ाया नहीं है ते पढ़ाया किने आ, वो स्कूल दे विच टीचरां ने पढ़ाया गा। हुण इत्थे जिहड़ी गल आ गई भी वो परमात्मा आप ही बंदे तो कर्म ते सुकर्म कराउंदा। ते पिछे आपां पढ़िया सी भी गुरु ने अंजन तैसा अंजी है, ओ सुरमा पा जैसा पिर भावै। जेड़े सुरमे करके तेनू परमात्मा नू तू चंगा लगन लग जावें, फिर ओ गुरु ने सुरमा किहड़ा दिता ज्ञान दा। जदों ज्ञान प्राप्त हो गया ते बंदा धर्मी बन गया, जदों बंदा धर्मी बन गया रब नू चंगा लगन लग गया। गल कितनी सोहनी बन गई ना, इवें जिवें हुण गुरु साहब जी कहंदे कर्म सो कर्म कराए आपे। जे कर्म सो कर्म वो परमात्मा आपे कराउंदा फिर सानूं तां मत्था मारन दी लोड़ नहीं, बहुता सानूं तां उद्यम करन दी लोड़ ही नहीं है, फिर तां आप ही कराई जावे, फिर तां गल नहीं खत्म। पर नहीं, गुरु ने एक सानू उपदेश दिता। साडे एक गुरु ने की दिता उपदेश, ये पातशाह जी कहंदे ना उद्यम तां तैनूं करना ही पवेगा।
ਉਦਮ ਕੀਤੇ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ। ਉਦਮ ਕੀਤੇ ਬਿਨਾ ਤਾਂ ਨਾ ਪ੍ਰਸ਼ਾਦਾ ਤਿਆਰ ਨਹੀਂ ਹੁੰਦਾ। ਘਰ ਦੇ ਵਿੱਚ ਨਾ ਆਟਾ, ਲੂਣ, ਮਿਰਚ, ਮਸਾਲਾ ਸਭ ਕੁਝ ਪਿਆਗਾ, ਪਰ ਜੇ ਕਹੀਏ ਵੀ ਆਪਣੇ ਆਪ ਪ੍ਰਸ਼ਾਦਾ ਬਣ ਕੇ ਆਵੇ ਤੇ ਮੂੰਹ ਵਿੱਚ ਪੈ ਜਾਵੇ ਨਾ, ਇਦਾਂ ਨਹੀਂ ਹੋਵੇਗਾ। ਉਦਮ ਤਾਂ ਕਰਨੀ ਬਣਾਉਣਾ ਵੀ ਪਵੇਗਾ। ਬੁਰਕੀਆਂ ਤੋੜਨੀਆਂ ਵੀ ਪੈਣੀਆਂ, ਮੂੰਹ ਚ ਪਾਉਣੀਆਂ ਵੀ ਪੈਣੀਆਂ। ਉਦਮ ਤੋਂ ਬਿਨਾ ਕੁਛ ਨਹੀਂ, ਕਰਨ ਤੋਂ ਬਿਨਾ ਕੁਛ ਨਹੀਂ, ਕਰਨਾ ਤਾਂ ਕੁਛ ਪਵੇਗਾ ਹੀ। ਹੁਣ ਗੁਰੂ ਨੇ ਇੱਥੇ ਗੱਲ ਦੱਸੀ, ਕਰਮ ਸੋ ਕਰਮ ਕਰਾਏ ਆਪੇ। ਹੁਣ ਜਦੋਂ ਮਨੁੱਖ ਦੇ ਅੰਦਰ ਉਹ ਪਰਮਾਤਮਾ ਨੇ ਗਿਆਨ ਦੇ ਦਿੱਤਾ ਤੇ ਜਦੋਂ ਗਿਆਨਵਾਨ ਬਣ ਗਿਆ ਨਾ, ਗਿਆਨ ਰੂਪੀ ਸੁਰਮਾ ਪਾਇਆ ਹੋਇਆ ਬੰਦਾ, ਫਿਰ ਉਹ ਭਾਈ ਬੁਰੇ ਕਰਮ ਕਰਦਾ ਹੀ ਕੋਈ ਨਹੀਂਗਾ। ਅੰਦਰ ਬੈਠਾ ਕੌਣ ਆ? ਪਰਮਾਤਮਾ। ਤੇ ਪਰਮਾਤਮਾ ਦੀ ਖੋਜ ਸੁਰਮਾ ਪਾ ਕੇ ਕੀਤੀ ਆ, ਭਾਵ ਗਿਆਨ ਦਾ ਸੁਰਮਾ ਮਿਲ ਗਿਆ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਹੁਣ ਗਿਆਨ ਦੇ ਸੁਰਮੇ ਨਾਲ ਸਾਨੂੰ ਗੁਰੂ ਮਿਲ ਗਿਆ, ਗੁਰੂ ਕੋਲੋਂ ਗਿਆਨ ਸੁਰਮਾ ਮਿਲ ਗਿਆ, ਗਿਆਨ ਸੁਰਮੇ ਕਰਕੇ ਅਸੀਂ ਪਰਮਾਤਮਾ ਦੇ ਨੇੜੇ ਹੋ ਗਏ। ਤੇ ਗਿਆਨ ਦਾ ਸੁਰਮਾ ਹੋਣ ਕਰਕੇ ਬੰਦਾ ਹੁਣ ਗਿਆਨ ਦੇ ਚਾਨਣ ਵਿੱਚ ਨਾ ਬੁਰੇ ਕਰਮ ਨਹੀਂ ਕਰਦਾ। ਹੁਣ ਬੰਦਾ ਉਹ ਕਰਮ ਕਰਦਾ ਜਿਹੜੇ ਕਰਮਾਂ ਨਾਲ ਮਨੁੱਖ ਦਾ ਆਪਣਾ ਵੀ ਭਲਾ ਤੇ ਹੋਰਾਂ ਦਾ ਵੀ ਭਲਾ। ਉਹ ਕਰਮ ਕੌਣ ਕਰਦਾ? ਫਿਰ ਉਹ ਕਰਦਾ ਜਿਹੜਾ ਭਾਈ ਸਕੂਲ ਦੇ ਵਿੱਚ ਨਹੀਂ ਕਦੇ ਗਿਆਗਾ। ਮਾਪਿਆਂ ਹੱਥੋਂ ਤਾਂ ਨਿਕਲ ਹੀ ਗਿਆ ਨਾ, ਉਹ ਤਾਂ ਗੱਲ ਹੀ ਖਤਮ ਆ। ਮਾਪਿਆਂ ਨੇ ਮਾੜਾ ਕੰਮ ਨਹੀਂ ਕੀਤਾ, ਉਹਨਾਂ ਨੇ ਫਰਜ਼ ਨਿਭਾਇਆ, ਰੱਬੀ ਹੁਕਮ ਦੇ ਮੁਤਾਬਕ ਜਨਮ ਦਿੱਤਾ। ਪਰ ਨਾ ਉਹ ਮਾਪਿਆਂ ਦੇ ਹੁਕਮ ਵਿੱਚ ਰਿਹਾ ਤੇ ਨਾ ਉਹ ਸਕੂਲ ਵਿੱਚ ਗਿਆ। ਰਹਿ ਕਿੱਥੇ ਗਿਆ? ਉਹ ਉੱਥੇ ਰਹਿ ਗਿਆ ਜਿੱਥੇ ਨਾ ਸਕੂਲ ਵਾਲਿਆਂ ਦੀ ਚੱਲੇ ਤੇ ਨਾ ਮਾਪਿਓ ਦੀ ਚੱਲੇ। ਉਹ ਸਟੇਜ ਤੇ ਵਗ ਗਿਆ, ਉਸ ਅੱਡੇ ਤੇ ਵਗ ਗਿਆ। ਅੱਛਾ, ਜਿਹੜੇ ਇਸ ਤਰ੍ਹਾਂ ਦੇ ਬੱਚੇ ਹੋਣ ਵੀ ਨਾ ਉਹ ਮਾਪਿਆਂ ਦੇ ਕਹਿਣੇ ਚ ਨਾ ਸਕੂਲ ਚ ਤਾਂ ਗਈ ਕੋਈ ਨਹੀਂ, ਸਕੂਲ ਦੇ ਟੀਚਰਾਂ ਦੀ ਤਾਂ ਜ਼ਿੰਮੇਵਾਰੀ ਕੋਈ ਨਹੀਂ ਨਾ। ਹੁਣ ਜਿਹੜਾ ਸਕੂਲ ਦੇ ਅੰਦਰ ਬੱਚਾ, ਉਸੇ ਤੇ ਜ਼ਿੰਮੇਵਾਰੀ, ਜਿਨ੍ਹਾਂ ਦਾ ਨਾਮ ਰਜਿਸਟਰ ਦੇ ਵਿੱਚ ਚੜ ਚੁੱਕਿਆ ਹੈਗਾ, ਉਹਦੇ ਤੇ ਜ਼ਿੰਮੇਵਾਰੀ ਹੈ ਟੀਚਰਾਂ ਦੀ, ਪ੍ਰਿੰਸੀਪਲ ਦੀ। ਜਿਹੜਾ ਹੁਣ ਬਾਹਰ ਸਕੂਲ ਦੇ ਗੇਟ ਤੇ ਖੜਾ ਨਾ, ਭਾਵੇਂ ਟੀਚਰਾਂ ਨੂੰ ਵੀ ਗਾਲਾਂ ਕੱਢੀ ਜਾਵੇ, ਟੀਚਰ ਕਹਿੰਦੇ ਕੋਈ ਨਹੀਂ, ਆਪਦੇ ਕੀਤੇ ਦਾ ਫਲ ਆਪ ਹੀ ਭੁਗਤ ਭਾਈ, ਕੋਈ ਗੱਲ ਨਹੀਂ, ਖੜ ਜਾਓ। ਹੁਣ ਗਿੱਜਿਆ ਬਾਹਰ ਪੰਗਾ ਲੈ ਲੈ, ਛਿੱਤਰ ਖਾ ਲੇ। ਹੁਣ ਮਤਲਬ ਕਹਿਣ ਤੋਂ ਮੁਰਾਦ, ਜਿਹੜਾ ਨਾ ਮਾਪਿਆਂ ਦੇ ਕਹਿਣੇ ਵਿੱਚ ਰਿਹਾ ਤੇ ਨਾ ਟੀਚਰ ਦੇ ਕਹਿਣੇ ਵਿੱਚ ਰਿਹਾ, ਟੀਚਰ ਕੋਲੇ ਗਈ ਕੋਈ ਨਹੀਂ, ਟੀਚਰ ਦੀ ਜ਼ਿੰਮੇਵਾਰੀ ਕੋਈ ਨਹੀਂ ਗਈ। ਫਿਰ ਪਾਤਸ਼ਾਹ ਜੀ ਕਹਿੰਦੇ ਉਹੀ ਇਨਸਾਨ ਕੁਕਰਮ ਕਰਦਾ, ਨਸ਼ੇ ਉਹੀ ਵੇਚਦਾ, ਨਸ਼ੇ ਉਹੀ ਕਰਦਾ, ਨਸ਼ਿਆਂ ਦੇ ਵਿੱਚ ਫਸ ਕੇ ਬੁਰੇ ਕਰਮ, ਚੋਰੀਆਂ, ਠੱਗੀਆਂ, ਧੋਖਾ ਉਹੀ ਕਰਦਾ ਜਿਹੜਾ ਮਾਪਿਆਂ ਕੋਲੋਂ ਵੀ ਨਿਕਲ ਗਿਆ ਤੇ ਟੀਚਰ ਕੋਲੇ ਗਿਆ ਕੋਈ ਨਹੀਂਗਾ, ਉਹ ਕੁਕਰਮ ਕਰਦਾਗਾ। ਹੁਣ ਗੁਰੂ ਦੀ ਕਿਰਪਾ, ਅਸੀਂ ਰੱਬ ਦੇ ਹੁਕਮ ਵਿੱਚ ਇੱਥੇ ਧਰਤੀ ਤੇ ਆ ਗਏ। ਉਹ ਆ ਸਾਡਾ ਮਾਪਿਓ, ਗੁਰੂ ਗ੍ਰੰਥ ਸਾਹਿਬ ਸਾਡਾ ਗਾ ਟੀਚਰ। ਅਸੀਂ ਗੁਰੂ ਗ੍ਰੰਥ ਸਾਹਿਬ ਕੋਲੇ ਵੀ ਰੋਜ਼ ਆ ਗਏ। ਇੱਥੇ ਚਲੋ ਇਦਾਂ ਦਾ ਪੱਖ ਨਹੀਂ ਲੈ ਕੇ ਆਉਣਾ, ਮੇਰੀ ਫਲਾਣੇ ਨਾਲ ਨਹੀਂ ਬਣਦੀ, ਮੇਰੇ ਉਹਦੇ ਨਾਲ ਨਹੀਂ ਬਣਦੀ। ਸਕੂਲ ਦੇ ਵਿੱਚ ਜਿੰਨੇ ਬੱਚੇ ਹੁੰਦੇ ਆ ਨਾ, ਮਾਫ ਕਰਨਾ, ਸਾਰਿਆਂ ਦਾ ਕਦੇ ਹਿਰਦਾ ਫਰੋਲ ਕੇ ਵੇਖਿਓ। ਜਿਹੜੇ ਸਿਆਣੇ ਬੱਚੇ ਨੇ ਉਹਨਾਂ ਦੇ ਅੰਦਰ ਇਹ ਭਾਵਨਾ ਨਹੀਂ ਹੁੰਦੀ। ਜੇ ਭਾਵਨਾ ਲੈ ਕੇ ਆਉਣਗੇ ਨਾ ਤੇ ਉਹ ਸਫਲ ਨਹੀਂ ਕਦੇ ਹੋ ਸਕਣਗੇ। ਉਹਨਾਂ ਨੇ IPS ਬਣਨਾਗਾ, ਵੱਡੇ ਵੱਡੇ ਅਫਸਰ ਬਣਨਾਗਾ, ਗੱਗੜ ਅਫਸਰ ਬਣਨਾਗਾ, ਪਰ ਉਹ ਕਦੇ ਭਾਵਨਾ ਲੈ ਕੇ ਨਹੀਂ ਜਾਂਦੇ। ਉੱਥੇ ਉਹਨਾਂ ਦੀ ਭਾਵਨਾ ਕੀ ਆ? ਉਹਨਾਂ ਦੀ ਭਾਵਨਾ ਵੈਰ ਤੋਂ, ਵਿਰੋਧ ਤੋਂ ਉੱਪਰ ਹੈ। ਤਾਈਓ ਭਾਈ ਵੱਡੀਆਂ ਵੱਡੀਆਂ ਉਹ ਪੋਸਟਾਂ ਤੇ ਚਲੇ ਗਏ, ਵੱਡੇ ਵੱਡੇ ਅਹੁਦਿਆਂ ਤੇ ਚਲੇ ਗਏ। ਹੁਣ ਗੁਰੂ ਕੋਲ ਅਸੀਂ ਆਉਣਾ ਨਾ, ਕੇਵਲ ਗੁਰੂ ਹੀ ਸਾਡੇ ਧਿਆਨ ਵਿੱਚ ਹੋਣਾ ਚਾਹੀਦਾ, ਬਾਕੀ ਛੱਡ ਦੋ ਬਸ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਆਹ ਖਿਆਲ ਤੇਰੇ ਅੰਦਰ ਆ ਗਿਆ ਨਾ, ਫਿਰ ਅਸੀਂ ਉਸ ਪਰਮਾਤਮਾ ਦੇ ਹੁਕਮ ਵਿੱਚ, ਗੁਰੂ ਦੇ ਹੁਕਮ ਵਿੱਚ, ਗੁਰੂ ਤੋਂ ਮੱਤ ਲੈ ਕੇ ਕਰਮ ਵੀ ਕਰਾਂਗੇ, ਸੋ ਕਰਮ ਵੀ ਕਰਾਂਗੇ। ਪਿੱਛੇ ਹੁਕਮ ਪਰਮਾਤਮਾ ਦਾ ਹੋਵੇਗਾ, ਪਰਮਾਤਮਾ ਹੀ ਸਾਨੂੰ ਚਲਾਵੇਗਾ। ਠੀਕ ਹੈ ਨਾ? ਫਿਰ ਉਹ ਪਰਮਾਤਮਾ ਜਿਹੜਾ ਪਿੱਛੇ ਚਲਾਉਣ ਵਾਲਾ ਗਾ, ਉਹ ਭਾਈ ਫਿਰ ਸਾਨੂੰ ਕੁਕਰਮਾਂ ਤੋਂ ਬਚਾ ਲਵੇਗਾ, ਕਰਮ ਤੋਂ ਸੁਕਰਮ ਤੱਕ ਸਾਨੂੰ ਭੇਜ ਦੇਵੇਗਾ। ਸਾਨੂੰ ਆਪਣੇ ਕਿੱਤੇ ਤੋਂ ਥੋੜਾ ਜਿਹਾ ਇੰਨਾ ਸੋਹਣਾ ਕਿੱਤਾ ਦੇ ਦੇਵੇਗਾ। ਫਿਰ ਬੰਦਾ ਉਹ ਕੰਮ ਕਰੇਗਾ ਜਿਹੜੇ ਕੰਮ ਕਰਨ ਦੇ ਵਿੱਚ ਉਹਦਾ ਆਪਦਾ ਵੀ ਭਲਾ ਤੇ ਹੋਰਾਂ ਦਾ ਵੀ ਭਲਾ। ਜਿਸ ਕੰਮ ਦੇ ਪਰਥਾਏ ਆਪਾਂ ਇੱਕ ਬੋਲੀ ਬੋਲਦੇ ਹੁੰਦੇ ਨਾ, ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਤਾਂ ਪੁੰਨਾ ਭਾਈ, ਨਾਲੇ ਚਲੋ ਆਪਣਾ ਪਰਿਵਾਰ ਪਲੀ ਜਾਊਗਾ, ਦੋ ਕੰਮ ਹੋ ਜਾਣਗੇ। ਫਿਰ ਗੁਰੂ ਉਹ ਕੰਮ ਕਰਨ ਦੇ ਲਈ ਕਹਿੰਦਾ। ਹੁਣ ਕਿਸਾਨ ਦਾ ਹੀ ਜੀਵਨ ਆ, ਨਾਲੇ ਪੁੰਨ ਨਾਲੇ ਫਲੀਆਂ। ਕਿਹੜਾ ਜੀਵਨ ਕਿਸਾਨ ਦਾ? ਖੇਤੀ ਕੀਤੀ ਹੈ, ਨਾਲੇ ਤਾਂ ਆਪਣੇ ਪਰਿਵਾਰ ਦੇ ਲਈ ਪੈਸੇ ਕਮਾਏ, ਸ਼ਾਬਾਸ਼ੇ ਦਾ ਪਾਤਰ ਆ ਨਾ, ਤੇ ਨਾਲੇ ਕਿੰਨਿਆਂ ਦੇ ਮੂੰਹ ਵਿੱਚ ਜਾ ਕੇ ਉਹ ਦਾਣੇ ਪਏ। ਜਿਹੜੇ ਕਿਸਾਨ ਨੇ ਆਪਣੀ ਜ਼ਮੀਨ ਪੁੰਗਰਾਏ ਸੀ ਨਾ, ਕਿੰਨਿਆਂ ਦੇ ਮੂੰਹ ਵਿੱਚ ਜਾ ਕੇ ਪਏ ਨੇ। ਦੋ ਕੰਮ ਹੋ ਗਏ, ਨਾਲੇ ਪੁੰਨ ਨਾਲੇ ਫਲੀਆਂ।
ਪਰ ਜਿਹੜਾ ਗੁਰੂ ਤੋਂ ਉਲਟ ਕੰਮ ਆਗਾ ਉਹ ਪਾਤਸ਼ਾਹ ਕਹਿੰਦੇ ਕੋ ਕਰਮ ਆ ਉਹਦੇ ਚ ਨਾ ਪੁੰਨ ਨਾ ਫਲੀਆਂ, ਨਾ ਉਹਦੇ ਚ ਕੋਈ ਬਹੁਤਾ ਧਨ ਦੌਲਤ ਆ ਤੇ ਨਾ ਹੀ ਉਹਦੇ ਚ ਕੋਈ ਭਲਾ ਗਾ, ਉਹਦੇ ਚ ਨੁਕਸਾਨ ਹੀ ਨੁਕਸਾਨ ਹੈ। ਉਹਦੇ ਪ੍ਰਥਾਏ ਆਪਾਂ ਕੀ ਬੋਲਦੇ ਆ, ਕੋਈ ਗੱਲ ਨਹੀਂ ਇਹਨੂੰ ਖਾਂਦੇ ਨੂੰ ਨਾ ਵੇਖੋ, ਇਹਨੂੰ ਜਿੱਦੇ ਪੈਣ ਲੱਗ ਗਈਆਂ ਨਾ ਉਹਦੇ ਵੇਖਿਓ ਜਿੱਦੇ ਪੈਂਦੀਆਂ ਹੋਈਆਂ। ਫਿਰ ਵਾਹਿਗੁਰੂ ਭਲਾ ਕਰੇ। ਇਹ ਗੱਲਾਂ ਸਾਡੇ ਸਮਾਜ ਦੀਆਂ ਆਮ ਨੇ, ਪਰ ਇਹਨਾਂ ਗੱਲਾਂ ਦੇ ਨਾਲ ਸੰਬੰਧਿਤ ਗੁਰੂ ਨੇ ਸਾਨੂੰ ਗਿਆਨ ਦਿੱਤਾ। ਕਾਸ਼ ਕਦੇ ਉਹ ਸਾਡੀ ਜ਼ਿੰਦਗੀ 'ਚ ਗਿਆਨ ਆ ਵੜੇ। ਅਗਲੇ ਬੰਦ ਵਿੱਚ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ, ਪਾਤਸ਼ਾਹ ਜੀ ਕਹਿੰਦੇ ਤੰਤ ਮੰਤ ਪਖੰਡ ਨਾ ਜਾਣਾ, ਰਾਮ ਹਿਰਦੈ ਮਨ ਮਾਨਿਆ। ਹੁਣ ਮੇਰਾ ਜੀਵ ਇਸਤਰੀ ਦਾ ਸੁਭਾਅ ਕਿਹੋ ਜਿਹਾ ਬਣ ਗਿਆ, ਹੁਣ ਮੈਂ ਟੂਣੇ ਹਾਰੀ ਨਹੀਂ ਰਹੀ। ਗੱਲ ਆਪਣਾ ਵਿਸ਼ਾ ਪਿਛਲਾ ਕੀ ਆ ਵੀ ਅਸੀਂ ਜੀਵ ਇਸਤਰੀਆਂ, ਅਸੀਂ ਸਾਡੇ ਪਰਮਾਤਮਾ ਰੂਪੀ ਮਾਲਕ ਦੇ ਕਹਿਣੇ ਵਿੱਚ ਚੱਲਣਾ। ਜਿਵੇਂ ਦੁਨਿਆਵੀ ਪਤੀ ਦੀ ਉਦਾਹਰਨ ਆਪਾਂ ਆਰੰਭ ਦੇ ਵਿੱਚ ਲੈਤੀ ਸੀ ਵੀ ਪਤੀ ਨੇ ਜਿਹੋ ਜਿਹਾ ਸ਼ਿੰਗਾਰ ਕਰ ਲਿਆ ਕਿ ਪਤਨੀ ਨੇ ਉਦਾਂ ਦਾ ਸ਼ਿੰਗਾਰ ਕੀਤਾ, ਪਰ ਇੱਥੇ ਸਾਡਾ ਉਹ ਪਰਮਾਤਮਾ ਮਾਲਕ ਖਸਮ ਏਕ ਹੈ, ਪਰ ਉਹ ਜਿਹੋ ਜਿਹਾ ਸ਼ਿੰਗਾਰ ਕਰਨ ਦੇ ਲਈ ਕਹਿੰਦਾ ਉਹੋ ਜਿਹਾ ਅਸੀਂ ਕਰਨਾਗਾ। ਉਹ ਕਿਹੜਾ ਸ਼ਿੰਗਾਰ ਕਹਿੰਦਾਗਾ, ਉਹ ਕਹਿੰਦਾ ਸ਼ੁਭ ਗੁਣਾਂ ਦਾ ਸ਼ਿੰਗਾਰ ਕਰ। ਅੰਜਨ ਉਹ ਪਾ ਜਿਹੜਾ ਮੈਨੂੰ ਚੰਗਾ ਲੱਗੇ। ਉਹ ਕਿਹੜਾ ਅੰਜਨ ਸੀ, ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ। ਹੁਣ ਪਰਮਾਤਮਾ ਰੂਪੀ ਪਤੀ ਨੇ ਕਹਿਤਾ ਵੀ ਚੰਗਾ ਸੁਰਮਾ ਪਾ, ਗਿਆਨ ਰੂਪੀ ਸੁਰਮਾ ਪਾ। ਹੁਣ ਮੇਰੀ ਅੱਖ ਦੇ ਵਿੱਚ, ਸੁਰਤ ਦੀ ਅੱਖ ਵਿੱਚ ਗਿਆਨ ਰੂਪੀ ਜਿਹੜਾ ਸੁਰਮਾ ਪੈ ਗਿਆ ਨਾ, ਉਹਨੇ ਮੈਨੂੰ ਇੰਨੀ ਦਲੇਰ ਬਣਾ ਦਿੱਤਾ, ਇੰਨੀ ਨਿਡਰ ਬਣਾ ਦਿੱਤਾ। ਹੁਣ ਮੈਨੂੰ ਤੰਤ ਮੰਤ ਨਹੀਂ ਚੰਗੇ ਲੱਗਦੇ। ਤੰਤ ਮੰਤ ਤੋਂ ਭਾਵ ਕੀ ਹੈ, ਟੂਣੇ। ਮੰਤ ਤੋਂ ਭਾਵ ਮੰਤਰ, ਜਾਦੂ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਤਵੀਤ ਪਾਲਿਆ ਜੀ ਤੇ ਕੋਈ ਮੰਤਰ ਲਿਖਿਆ ਹੋਇਆ ਹੈਗਾ, ਜਾਂ ਬਾਬੇ ਨੇ ਮੰਤਰ ਦੇਤਾ, ਇਹ ਮੰਤਰ ਨੂੰ ਦ੍ਰਿੜ ਕਰ ਲੋ। ਮੇਰੇ ਲਈ ਕੀ ਆ, ਮੇਰੇ ਲਈ ਸਭ ਕੁਝ ਗੁਰੂ ਹੈ। ਮੇਰੇ ਲਈ ਹੁਣ ਕੋਈ ਤੰਤ ਮੰਤ ਨਹੀਂ ਹੈ, ਮੇਰੇ ਲਈ ਕੋਈ ਟੂਣਾ ਨਹੀਂ, ਕੋਈ ਕਿਸੇ ਤਰ੍ਹਾਂ ਦਾ ਧਾਗਾ ਤਵੀਤ ਮੇਰੇ ਲਈ ਕੁਝ ਵੀ ਮਿਹਣਾ ਨਹੀਂ ਰੱਖਦਾ, ਨਾ ਮੈਂ ਡਰਾਂ। ਪਰ ਸਾਡੇ ਸਮਾਜ ਦੀ ਇੱਕ ਇਹ ਵੀ ਰੀਤ ਆ ਗਈ, ਜਿਹੜੀ ਰੀਤ ਉਹ ਸਾਡੇ ਅੱਜ ਕਹਿੰਦੇ ਕਹਾਉਂਦੇ ਵੱਡੇ ਵੱਡਿਆਂ ਨੂੰ ਡਰਾ ਦਿੰਦੀ ਆ। ਪਿੱਛੇ ਜੇ ਆਪਾਂ ਬੇਨਤੀਆਂ ਬੋਲਦੇ ਸੀ ਨਾ ਵੀ ਭਾਈ ਸੇਵਾ 'ਚ ਕੋਈ ਟੂਣਾ ਕਰ ਜਾਂਦਾਗਾ, ਉਹ ਨਾ ਕਰਕੇ ਜਾਵੇ, ਉਹਨੂੰ ਇਕੱਠ ਸੱਦਾਂਗੇ। ਸਾਰਾ ਕੁਝ ਕੀਤਾ ਵੀ ਗਿਆ, ਚਲੋ ਵਾਹਿਗੁਰੂ ਭਲਾ ਕਰੇ, ਪਰ ਕਿਸੇ ਦਾ ਕੀ ਕੁਝ ਵਿਗਾੜ ਸਕਦਾ? 0% ਵੀ ਟੂਣੇ ਕਰਕੇ ਕਿਸੇ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਹ ਗੁਰੂ ਕਹਿੰਦਾ, ਮੈਂ ਨਹੀਂ ਕਹਿੰਦਾਗਾ। ਪਰ ਇੱਕ ਰੀਤ ਸੀ, ਇਹ ਕਿਵੇਂ ਸੀ ਥੋੜੀ ਸਮਝ ਲਵੋ। ਜਿਵੇਂ ਮੰਨ ਲਓ ਵੀ ਹੁਣ ਡਾਕਟਰ ਨੇ ਜਿਹੜੇ ਇੱਕ ਪਿੰਡ ਦੇ ਵਿੱਚ ਕਈ ਡਾਕਟਰ ਨੇ, ਇੱਕ ਪਿੰਡ ਦੇ ਵਿੱਚ ਕਈ ਬਾਕੀ ਸਾਡੇ ਘਰ ਦੇ ਵਿੱਚ ਸਹੂਲਤਾਂ ਨੇ। ਸਾਨੂੰ ਐਮਰਜੈਂਸੀ ਜ਼ਰੂਰਤ ਪਵੇ ਤਾਂ ਅਸੀਂ ਵੱਡੇ ਤੋਂ ਵੱਡੇ ਹਸਪਤਾਲ ਦੇ ਵਿੱਚ ਛੇਤੀ ਤੋਂ ਛੇਤੀ ਪਹੁੰਚ ਕਰ ਲੈਂਦੇ ਹਾਂ। ਉਹ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਸਹੂਲਤ ਹੈ। ਜਦੋਂ ਕੋਈ ਕਿਸੇ ਕਿਸਮ ਦੀ ਸਹੂਲਤ ਨਹੀਂ, ਡਾਕਟਰ 20 ਪਿੰਡਾਂ ਦਾ ਇੱਕ ਆ, ਵੈਦ, ਹਕੀਮ, ਦੇਸੀ ਦਵਾ ਦੇਣ ਵਾਲਾ, ਹਨਾ, 20 ਪਿੰਡਾਂ ਦਾ, 15 ਪਿੰਡਾਂ ਦਾ ਇੱਕ ਆ। ਉਹਨਾਂ ਵਕਤਾਂ ਦੇ ਵਿੱਚ ਹੁਣ 15 ਪਿੰਡਾਂ ਦੇ ਵਿੱਚ ਡਾਕਟਰ ਨੇ ਕਿਹੜਾ ਕੱਢਣਾਗਾ। 15 ਪਿੰਡਾਂ ਦੇ ਵਿੱਚ ਡਾਕਟਰ ਨੇ ਮਰੀਜ਼ ਚੈੱਕ ਕਰਨੇ ਆ, ਮਰੀਜ਼ ਵੇਖਣੇ ਆ। ਮਾਫ ਕਰਨਾ, ਇੱਕ ਮੈਂ ਜ਼ਰੂਰ ਇੱਥੇ ਗੱਲ ਕਹਾਂਗਾ, ਇਹ ਜਿਹੜੇ ਡਾਕਟਰ ਦੀ ਆਪਾਂ ਗੱਲ ਕਰਦੇ ਆ ਨਾ, ਉਹ ਡਾਕਟਰ ਬੜੇ ਭਲੇ ਮਾਨਸ ਸੀ, ਤੇ ਜਿਹੜੇ ਅੱਜ ਦੇ ਡਾਕਟਰ ਆ ਉਹਨਾਂ ਦਾ ਸੁਭਾਅ ਵਿਗੜ ਗਿਆ। ਉਹ ਅੱਜ ਦੇ ਡਾਕਟਰ ਨਾ ਰਿਸ਼ਵਤਖੋਰੀ ਹੋ ਗਏ, ਪੈਸੇ ਦੇ ਲਾਲਚੀ ਇੰਨੇ ਹੋ ਗਏ ਵੀ ਭਾਵ ਨਾ ਗਰੀਬ ਨਾ ਅਮੀਰ ਉਹਨਾਂ ਨੇ ਕੁਝ ਨਹੀਂ ਵੇਖਣਾ, ਉਹ ਸਭ ਦਾ ਗਲ ਵੱਢਦੇ ਨੇ। ਸੱਚਾਈ ਹੈ ਇਹ। ਡਾਕਟਰ ਨੂੰ ਲੋਕ ਦੂਜਾ ਰੱਬ ਮੰਨਦੇ ਨੇ। ਇੱਕ ਰੱਬ ਪਰਮਾਤਮਾ ਨਾ, ਜਿਹਨੂੰ ਆਪਾਂ ਕਹਿੰਦੇ ਆ ਵੀ ਹੁਣ ਬੰਦਾ ਮਰਨ ਵਾਲਾ, ਜਾਂ ਤਾਂ ਰੱਬ ਦੇ ਹੱਥ 'ਚ ਆ ਜਾਂ ਡਾਕਟਰ ਦੇ ਹੱਥ 'ਚ ਆ। ਪਰ ਸੱਚ ਜਾਣੋ, ਬਿਰਲੇ ਡਾਕਟਰਾਂ ਨੂੰ ਛੱਡ ਕੇ ਨਾ ਅੱਜ ਡਾਕਟਰ ਮਾਰਨ ਵਾਲੇ ਬਣ ਗਏ, ਉਹ ਬਚਾਉਣ ਵਾਲੇ ਨਹੀਂ ਹਨ। ਕਾਸ਼ ਕਦੇ ਦੁਨੀਆ ਦੇ ਵਿੱਚ ਐਸਾ ਸਮਾਂ ਆਵੇ ਵੀ ਇਹਨਾਂ ਡਾਕਟਰਾਂ ਤੇ ਦੁਬਾਰਾ ਰੱਬ ਵਰਗਾ ਭਰੋਸਾ ਸਾਡਾ ਬਣ ਜਾਵੇ, ਪਰ ਮੁਸ਼ਕਲ ਆ ਬਣਨਾ। ਅੱਜ ਤਾਂ ਡਰ ਲੱਗਦਾ ਵੀ ਚੱਕ ਕੇ ਲੈ ਗਏ ਨਾ, ਪਤਾ ਨਹੀਂ ਗੋਡੇ ਕੱਢ ਕੇ ਵੇਚਣਗੇ, ਪਤਾ ਨਹੀਂ ਗੁਰਦੇ ਕੱਢ ਕੇ ਵੇਚਣਗੇ, ਪਤਾ ਨਹੀਂ ਕਿਡਨੀਆਂ ਕੱਢ ਕੇ ਵੇਚਣਗੇ, ਪਤਾ ਨਹੀਂ ਕੀ ਕਰਨਗੇ। ਤੇ ਲੋਥ ਨਾ ਕਾਗਜ਼ ਵਾਂਗੂ ਇਕੱਠੀ ਕਰਕੇ ਫੜਾ ਦੇਣਗੇ, ਘਰੇ ਵੀ ਲੈ ਜਾ ਚੱਕ ਕੇ।
ਜਿਨ੍ਹਾਂ ਡਾਕਟਰਾਂ ਨੂੰ ਦੁਨੀਆ ਨੇ ਦੂਜਾ ਰੱਬ ਦਾ ਰੂਪ ਮੰਨਿਆ ਨਾ, ਤੇ ਅੱਜ ਉਹਨਾਂ ਤੋਂ ਕਿੰਨਾ ਡਰ ਲੱਗਣ ਲੱਗ ਗਿਆ। ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਹੋਣ ਲੱਗ ਗਈਆਂ ਵੀ ਮਰੀਜ਼ ਨੂੰ ਹਸਪਤਾਲ ਨਹੀਂ ਭੇਜਣਾ ਆਪਾਂ, ਨਾ 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 ਪਿੰਡ 'ਚ ਹੀ ਇਲਾਜ ਕਰਾਓ ਇਹਦਾ, ਜਾਣ ਪਛਾਣ ਵਾਲੇ ਵੈਦ ਤੋਂ, ਜਾਣ ਪਛਾਣ ਵਾਲੇ ਡਾਕਟਰ ਤੋਂ। ਚਲੋ ਜਿਹੜੀ ਗੱਲ ਆਪਣੀ ਮੇਨ ਸੀ ਆਪਾਂ ਉਹ ਕਰੀਏ। 15 ਪਿੰਡਾਂ ਦਾ ਇੱਕੋ ਹੀ ਡਾਕਟਰ ਆ। ਹੁਣ ਮੰਨ ਲਓ ਵੀ ਉਹ ਡਾਕਟਰ ਨੇ ਅੱਜ ਭੂੰਦੜ, ਬਾਲਿਆਂ ਵਾਲੀ, ਮੰਡੀ ਕਲਾ, ਇਹਨਾਂ ਪਿੰਡਾਂ ਦੇ ਵਿੱਚ ਮਰੀਜ਼ ਚੈੱਕ ਕਰਨੇ ਆ, ਵੇਖਣੇ ਨੇ। ਹੁਣ ਨਾ ਹੀ ਤਾਂ ਕੋਈ ਅਜਿਹਾ ਸਮਾਂ ਗਾ, ਫੋਨ ਆਗਾ ਵੀ ਆ ਸਾਡੇ ਘਰੇ ਭਾਈ ਮਰੀਜ਼ ਪਿਆ ਤੇ ਇਹਦਾ ਇਲਾਜ ਕਰ ਜਾ ਕੇ, ਨਾ। ਤੇ ਨਾ ਹੀ ਡਾਕਟਰ ਕੋਲੇ ਇੰਨਾ ਵਕਤ ਆ ਵੀ ਉਹ ਕੱਲੇ ਘਰ ਵਿੱਚ ਜਾਵੇ। ਹੁਣ ਪਿੰਡ ਦੇ ਵਿੱਚ ਕੀ ਕਿਹਾ ਹੋਇਆਗਾ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਮਰੀਜ਼ ਹੋਵੇ ਤਾਂ ਉਹਦੀਆਂ ਨਿਸ਼ਾਨੀਆਂ ਤੁਸੀਂ ਚਰਸਤੇ 'ਚ ਰੱਖ ਦਿਓ। ਮੰਨ ਲਓ ਕੋਈ ਨੌਜਵਾਨ ਮੁਟਿਆਰ ਬੱਚੀ ਬਿਮਾਰ ਆ ਨਾ, ਤੇ ਚੁਰਸਤੇ ਵਿੱਚ ਕੀ ਰੱਖਿਆ ਗਿਆ? ਚੂੜੀਆਂ ਰੱਖਦੀਆਂ, ਲਾਲ ਰੰਗ ਦਾ ਕੱਪੜਾ ਰੱਖਦਾ। ਹੁਣ ਜਦੋਂ ਡਾਕਟਰ ਪਿੰਡ ਦੇ ਵਿੱਚ ਆਇਆ, ਚੁਰਾਹੇ ਵਿੱਚ ਆਇਆ, ਉਹਨੇ ਵੇਖਿਆ ਵੀ ਉਹ ਇੱਥੇ ਕੋਈ ਨੌਜਵਾਨ ਬੱਚੀ ਬਿਮਾਰ ਆ। ਉਹਨੇ ਫਟਾਫਟ ਪੜਚੋਲ ਕੀਤੀ ਵੀ ਕਿਹੜੇ ਘਰ ਦੀ ਬੱਚੀ ਬਿਮਾਰ ਆ, ਤੇ ਉਹ ਘਰ ਦੇ ਵਿੱਚ ਪਹੁੰਚਿਆ, ਉਹਨੇ ਇਲਾਜ ਕੀਤਾ। ਬਜ਼ੁਰਗ ਬਿਮਾਰ ਆ, ਚਿੱਟਾ ਕੱਪੜਾ ਰੱਖਤਾ। ਕੋਈ ਇਦਾਂ ਦਾ ਕਿਸੇ ਵੀ ਵਿਸ਼ੇ ਨਾਲ ਜੋੜ ਲਵੋ, ਜਿਹੋ ਜੀ ਕੋਈ ਉਸ ਪਿੰਡ ਦੇ ਵਿੱਚ ਬਿਮਾਰੀ ਆ, ਉਹੋ ਜਿਹਾ ਮਤਲਬ ਕਿ ਸਾਧਨ, ਉਹੋ ਜਿਹਾ ਇੱਕ ਢਾਂਚਾ, ਉਹੋ ਜਿਹਾ ਇੱਕ ਕਰਮ ਕਰਕੇ ਚੁਰਾਹੇ ਵਿੱਚ ਰੱਖਿਆ ਜਾਂਦਾ ਸੀਗਾ। ਸਿਰ ਦੇ ਮਰੀਜ਼ ਵੱਧ ਨੇ ਤਾਂ ਚੁਰਾਹਿਆਂ ਵਿੱਚ ਨਾਰੀਅਲ ਵਗੈਰਾ ਰੱਖੇ ਜਾਂਦੇ ਵੀ ਇੱਥੇ ਸਿਰ ਦੇ ਮਰੀਜ਼ ਬਹੁਤ ਨੇਗੇ। ਇਦਾਂ ਦੇ ਭਾਵ ਉਹ ਪੱਖ ਬਣਾ ਕੇ ਚੁਰਾਹੇ ਵਿੱਚ ਰੱਖੇ ਜਾਂਦੇ ਸੀ। ਪਰ ਅੱਜ ਉਹ ਸਾਡੇ ਸਮਾਜ ਦਾ ਕੀ ਬਣ ਗਏ? ਪਖੰਡ ਬਣ ਕੇ ਰਹਿ ਗਏ। ਅੱਜ ਕਹਿੰਦੇ ਕਹਾਉਂਦੇ ਸਿੱਖ ਹੀ ਡਰੀ ਜਾਂਦੇ ਨੇਗੇ। ਜੀ ਇੱਥੇ ਸਾਡੇ ਬਾਰੇ ਕੋਈ ਲਾਲ ਕੱਪੜਾ ਧਰ ਗਿਆ, ਬਥੇਰੇ ਅਰਦਾਸਾਂ ਕਰਾਉਂਦੇ ਨੇ ਜੀ ਸਾਡੇ ਕੋਈ ਬਸਾਰ ਹੀ ਸੁੱਟ ਗਿਆ। ਅੱਛਾ ਬਸਾਰ ਦੀ ਵੀ ਰੀਤ ਸੀ, ਭਾਵ ਬਸਾਰ ਦੀ ਕੀ ਸੀ ਵੀ ਇੱਥੇ ਨਵ ਵਿਆਹੀ ਜੋੜੀ ਆ ਭਾਈ, ਭਾਵ ਚੰਗਾ ਸਗਨ ਮੰਨਿਆ ਜਾਂਦਾ ਨਾ। ਬਸਾਰ ਨੂੰ ਅੱਜ ਵੀ ਲੋਕ ਮੱਥਿਆਂ ਤੇ ਮਲਦੇ ਨੇ। ਵਾਹਿਗੁਰੂ ਭਲਾ ਕਰੇ, ਗੁਰਸਿੱਖ ਦੀ ਰੀਤ ਨਹੀਂ ਹੈ, ਲੋਕਾਂ ਦੀ ਰੀਤ ਆ ਗਈ ਚੰਗੇ ਸਗਨ ਦੀ। ਚਲੋ ਵਾਹਿਗੁਰੂ ਭਲਾ ਕਰੇ, ਬੰਦੇ ਵਾਸਤੇ ਸਾਡੇ ਵਾਸਤੇ ਸਾਰੇ ਚੰਗੇ ਸਗਨ ਨੇਗੇ। ਪਰ ਉੱਥੇ ਉਹ ਡਾਕਟਰ ਨੂੰ ਪਤਾ ਲੱਗ ਜਾਂਦਾ ਸੀ ਵੀ ਇਸ ਪਿੰਡ ਦੇ ਵਿੱਚ ਬਸਾਰ ਚੁਰਾਹੇ 'ਚ ਪਿਆ ਨਾ ਡੋਲਿਆ, ਤੇ ਇੱਥੇ ਕੋਈ ਭਾਵ ਨਵੀਂ ਜੋੜੀ ਜਿਹਦਾ ਤੁਰੰਤ ਹੀ ਵਿਆਹ ਹੋਇਆ, ਉਹਨਾਂ ਨੂੰ ਕੋਈ ਦਿੱਕਤ ਆ, ਬਿਮਾਰ ਨੇ, ਤੇ ਫਟਾਫਟ ਉਹਨੇ ਪੜਚੋਲ ਕੀਤੀ ਤੇ ਉਸ ਘਰ ਦੇ ਵਿੱਚ ਚਲਾ ਗਿਆ। ਕਹਿਣ ਤੋਂ ਭਾਵ ਚੁਰਾਹਿਆਂ ਵਿੱਚ ਨਾਰੀਅਲ, ਬਸਾਰ ਜਾਂ ਇਦਾਂ ਦੀਆਂ ਕੋਈ ਲਾਲ ਕੱਪੜੇ, ਚੂੜੀਆਂ ਆਦਿਕ ਰੱਖਣ ਦਾ ਜਿਹੜਾ ਇੱਕ ਸੁਨੇਹਾ ਦੇਣ ਦਾ ਪੱਖ ਸੀ ਵੀ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਇੰਨੀ ਕੁ ਉਮਰ ਦਾ ਮਰੀਜ਼ ਆ ਜਿਹੜਾ ਉਹ ਹੈਗਾਗਾ, ਤੇ ਤੂੰ ਇਹ ਪਿੰਡ ਦੇ ਵਿੱਚ ਚੈੱਕਅਪ ਕਰਕੇ ਜਾਂ ਦਵਾਈ ਬੂਟੀ ਦੇ ਕੇ ਜਾ। ਤੇ ਅੱਜ ਉਹ ਸਾਡੇ ਸੰਸਾਰ ਦੇ ਵਿੱਚ ਪਖੰਡ ਬਣ ਗਿਆ। ਠੀਕ ਹੈ ਨਾ। ਅੱਜ ਉਦੋਂ ਉਹ ਟੂਣੇ ਨੇ ਵੱਧ ਗਏ। ਕੋਈ ਮੁਰਗੀਆਂ ਬੰਨ ਲੱਤਾਂ ਰਖਾਈ ਜਾਂਦਾ, ਕੋਈ ਬੱਕਰਿਆਂ ਦੀਆਂ ਬਲੀਆਂ ਦਵਾਈ ਜਾਂਦਾਗਾ, ਕੋਈ ਕਿਸੇ ਤਰ੍ਹਾਂ ਦਾ, ਕੋਈ ਕਿਸੇ ਤਰ੍ਹਾਂ ਦਾ। ਬਥੇਰੇ ਪਖੰਡੀ ਫੜੇ ਵੀ ਜਾਂਦੇ ਨੇ ਤੇ ਬਹੁਤੇ ਨਿਕਲ ਜਾਂਦੇ ਨੇਗੇ। ਉਹਨਾਂ ਕੋਲ ਚਾਲਾਂ ਹੁੰਦੀਆਂ ਨੇ, ਬਚ ਜਾਂਦੇ ਨੇਗੇ। ਪਰ ਗੁਰੂ ਭਲਾ ਕਰੇ, ਅਸੀਂ ਇਸ ਪੱਖ ਤੋਂ ਨਿਕਲ ਗਏ। ਹੁਣ ਇੱਥੇ ਜੀਵ ਇਸਤਰੀ ਬੋਲੀ ਆ, ਕਹਿੰਦੀ ਜਦੋਂ ਮੈਂ ਮੇਰੇ ਮਾਲਕ ਦੇ ਕਹਿਣ ਮੁਤਾਬਕ ਨਾ ਆਪਣੀ ਅੱਖ ਵਿੱਚ ਸੁਰਮਾ ਪਾਲਿਆ। ਉਹ ਕਿਹੜਾ ਸੁਰਮਾ? ਗਿਆਨ ਦਾ ਸੁਰਮਾ ਪਾਲਿਆ। ਹੁਣ ਕਹਿੰਦੀ ਮੈਨੂੰ ਤੰਤ ਮੰਤ, ਨਾ ਮੈਨੂੰ ਟੂਣੇ ਤੋਂ, ਨਾ ਮੈਨੂੰ ਕਿਸੇ ਮੰਤਰ ਤੋਂ, ਕਿਸੇ ਦੇ ਬੋਲਾਂ ਤੋਂ ਡਰ ਨਹੀਂ ਲੱਗਦਾ, ਨਾ ਕਿਸੇ ਦੇ ਸਰਾਪ ਤੋਂ ਡਰ ਲੱਗਦਾ, ਤੇ ਨਾ ਕਿਸੇ ਦਾ ਬਰ ਲੈਣ ਦੀ ਮੇਰੀ ਭਾਵਨਾ। ਤੇ ਹੁਣ ਮਾਫ ਕਰਨਾ, ਸਾਡੀ ਵੀ ਰੀਤ ਬਣ ਗਈ ਅੱਜ। ਮੇਰੇ ਵਰਗਾ ਨਾ ਦੇ ਕੇ ਕਿਸੇ ਨੂੰ 10 ਰੁਪਏ ਮੂੰਹ ਚੱਕ ਕੇ ਉਹਦੇ ਮੂੰਹ ਕਨੀ ਝਾਕੀ ਜਾਂਦਾ, ਕੋਈ ਅਸੀਸ ਦੇ ਦੇ, ਕੋਈ ਬਰ ਕਰ ਦੇ ਮੈਨੂੰ, ਮੈਂ ਵਗ ਜਾ ਕੈਨੇਡਾ, ਵਗ ਜਾ ਅਮਰੀਕਾ, ਦੇ ਨਾ ਬਰ ਮੈਨੂੰ। ਤੇ ਜੇ ਆਪਣੇ ਕੋਲੋਂ ਆਪਾਂ ਨੂੰ ਪਤਾ ਨਾ ਵੀ ਕੋਈ ਬੰਦਾ ਗਲਤ ਕੰਮ ਕਰਦਾ, ਉਹਨੂੰ ਗਲਤ ਕਹਿਣ ਨੂੰ ਤਿਆਰ ਨਹੀਂ। ਕਹਿੰਦੇ ਕਿਉਂ? ਕਹਿੰਦੇ ਕੀ ਪਤਾ ਇਹ ਸ਼ਰਾਪ ਹੀ ਨਾ ਦੇ ਦੇ। ਮਾਫ ਕਰਨਾ, ਸਾਡੇ ਸਮਾਜ ਦੇ ਵਿੱਚ ਆਹ ਚੀਜ਼ਾਂ ਦਾ ਡਰ ਪੈ ਗਿਆ। ਗੁਰੂ ਕਹਿੰਦਾ ਜਿਹੜੀ ਜੀਵ ਇਸਤਰੀ ਨੇ ਨਾ ਗੁਰੂ ਤੋਂ ਗਿਆਨ ਰੂਪੀ ਸੁਰਮਾ ਪਾਲਿਆ, ਉਹਨੂੰ ਇਹ ਡਰ ਹੀ ਨਹੀਂ ਲੱਗਦਾ, ਨਾ ਵਰ ਦਾ, ਨਾ ਸ਼ਰਾਪ ਦਾ, ਨਾ ਟੂਣੇ ਦਾ, ਨਾ ਟਾਮਣ ਦਾ, ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਲੱਗਦਾ। ਜੇ ਇਹਨਾਂ ਚੀਜ਼ਾਂ 'ਚ ਕੁਝ ਹੋਵੇ ਤੇ ਅੱਜ ਸਾਡੇ ਸਮਾਜ ਦੇ ਵਿੱਚ ਕਿੰਨੇ ਉਹ ਡਾਕਟਰ ਨੇ ਜਿਨ੍ਹਾਂ ਦੀ ਆਪਾਂ ਉਧਾਰ ਲੈਤੀ ਹੈ, ਲੋਕਾਂ ਦੀਆਂ ਕਿਡਨੀਆਂ ਗੁਰਦੇ ਕੱਢ ਕੇ ਵੇਚਣ ਵਾਲੇ ਨੇ। ਜਾ ਕੇ ਸਾਰੇ ਬਾਬਿਆਂ ਨੂੰ ਇਕੱਠੇ ਕਰੋ, ਉਹਨੂੰ ਸ਼ਰਾਪ ਦੇ ਦੇ, ਜਾ ਕੇ ਮਾਰ ਦਿਓ ਨਾ। ਤੇ ਕਿੰਨੇ ਸਾਡੇ ਉਹ ਖੌਤੀ ਲੀਡਰ ਨੇ ਜਿਨ੍ਹਾਂ ਨੇ ਸਮਾਜ ਦਾ ਘਾਣ ਕਰਤਾ, ਖਤਮ ਕਰਤਾ ਸਮਾਜ। ਆਪਾਂ ਸਾਰੇ ਬੋਲਦੇ ਆ, ਪਰ ਖੜ ਕੇ ਇੱਕ ਸਟੇਜ ਤੇ ਬੋਲਣਾ ਔਖਾ। ਇੱਥੇ ਨਹੀਂ ਕਹਿਣਾ ਆਪਾਂ ਨਾ, ਕਿਸੇ ਦੇ ਮੋਢੇ ਤੇ ਰੱਖ ਕੇ ਬੋਲ ਪੈਨੇ ਆ। ਪਤਾ ਜ਼ਰੂਰ ਆ ਵੀ ਸਾਰੇ ਲੀਡਰ ਬਦਮਾਸ਼ ਨੇ ਤੇ ਸਾਰੇ ਖਤਰਨਾਕ ਨੇ, ਇਹਨਾਂ ਸਾਰਿਆਂ ਦੀ ਵਜ੍ਹਾ ਕਰਕੇ ਅਸੀਂ ਦੁਖੀ ਆ, ਪਰ ਕੋਈ ਕਹਿਣ ਨੂੰ
ਤਿਆਰ ਨਹੀਂ ਕਹਿੰਦਾ ਹੈਗਾ, ਪਰ ਇੱਥੇ ਕੀ ਹੈਗਾ, ਜਿਹੜੇ ਬਾਬੇ ਇਦਾਂ ਦੇ ਟੂਣੇ ਟਾਮਣ ਵਾਲੇ ਨੇ ਉਹਨੂੰ ਇਕੱਠੇ ਕਰੋ ਵੀ ਜਾ ਕੇ ਉਹਨੂੰ ਸਰਾਪ ਦੇ, ਉਹਦੇ ਘਰ ਮੂਹਰੇ ਮੇਖਾਂ ਗੱਡ ਕੇ ਆ, ਉਹਦੇ ਘਰ ਮੂਹਰੇ ਟੂਣਾ ਕਰ, ਚਾਹੇ ਬੱਕਰਾ ਵੱਢ, ਚਾਹੇ ਕੁੱਕੜ ਵੱਢ, ਕੁੱਤਾ ਵੱਢ, ਸਾਡੇ ਕੋਲੋਂ ਜੋ ਮਰਜ਼ੀ ਕਰ, ਉਹਦਾ ਘਾਣ ਹੋਣਾ ਚਾਹੀਦਾ। ਇਹ ਧਾਗੇ ਤਵੀਤ, ਇਹ ਤੰਤਰ ਮੰਤਰ ਉਹਨਾਂ ਲੋਕਾਂ ਤੇ ਕਿਉਂ ਨਹੀਂ ਫੁਰਦੇ, ਇਹ ਕੇਵਲ ਗਰੀਬਾਂ ਤੇ ਕਿਉਂ ਫੁਰਦੇ ਨੇ? ਪਰ ਸਾਡਾ ਇੱਕ ਮਨ ਦਾ ਅੰਨਾ ਵਿਸ਼ਵਾਸ ਬਣ ਗਿਆ। ਗੁਰੂ ਕਿਰਪਾ ਕਰੇ ਇਸ ਅੰਧ ਵਿਸ਼ਵਾਸ ਵਿੱਚੋਂ ਆਪਾਂ ਉੱਪਰ ਉੱਠੀਏ। ਫਿਰ ਪਾਸ਼ਾ ਜ਼ਿਕਰ ਕਰਦੇ ਨੇ ਇੱਥੇ, ਕਹਿੰਦੇ ਭਾਈ ਮੈਨੂੰ ਤੰਤ ਮੰਤ ਕੋਈ ਕਿਸੇ ਤਰ੍ਹਾਂ ਦਾ ਜੋ ਨਹੀਂ ਸਕਦਾ, ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲੱਗੈ, ਨਾ ਕੋਈ ਬੁਰੀ ਨਜ਼ਰ ਮੈਨੂੰ ਲੱਗਦੀ ਹੈ। ਕਿਉਂ ਨਹੀਂ ਲੱਗਦੀ? ਕਿਉਂਕਿ ਹੁਣ ਮੈਂ ਮੇਰੇ ਮਾਲਕ ਪਰਮਾਤਮਾ ਦੇ ਕਹਿਣੇ ਮੁਤਾਬਕ ਤੁਰ ਪਈ ਹਾਂ। ਪਾਸ਼ਾ ਜੀ ਕਹਿੰਦੇ ਤੰਤ ਮੰਤ ਪਖੰਡ ਨਾ ਜਾਣਾ, ਕਦੋਂ ਰਾਮ ਹਿਰਦੈ ਮਨ ਮਾਨਿਆ। ਹੁਣ ਮੇਰਾ ਮਨ ਆ ਨਾ ਮੇਰੇ ਮਾਲਕ ਦੀ ਗੱਲ ਮੰਨਣ ਲੱਗ ਗਿਆ। ਹੁਣ ਮੈਂ ਨਾ ਤੰਤ ਨਾ ਮੰਤ ਨਾ ਕੋਈ ਹੋਰ ਕਿਸੇ ਵੀ ਡਰ ਤੋਂ ਮੈਂ ਮੁਕਤ ਹੋ ਗਈ ਆ। ਮੈਨੂੰ ਕੋਈ ਵੀ ਡਰ ਜੋ ਨਹੀਂ ਸਕਦਾਗਾ। ਲਾਸਟ ਵਿੱਚ ਜਿਹੜੀ ਪਹਿਲੀ ਪੰਕਤੀ ਸੀ ਉਸੇ ਦਾ ਫਿਰ ਜ਼ਿਕਰ ਕੀਤਾ, ਅੰਜਨ ਤੈਸਾ ਅੰਜੀਐ। ਪਾਤਸ਼ਾਹ ਜੀ ਕਹਿੰਦੇ ਉਹ ਅੰਜਨ ਉਹ ਸੁਰਮਾ ਪਾ ਜੈਸਾ ਪਿਰ ਪਾਵੈ। ਫਿਰ ਪਾਤਸ਼ਾਹ ਲਾਸਟ ਵਿੱਚ ਕੀ ਕਿਹਾ ਹੈਗਾ? ਪਾਤਸ਼ਾਹ ਜੀ ਕਹਿੰਦੇ ਨਾ ਅੰਜਨ ਨਾਮ ਤਿਸੈ ਤੇ ਸੂਝੈ, ਗੁਰ ਪ੍ਰਸਾਦੀ ਸੱਚ ਜਾਣ, ਗੁਰ ਸ਼ਬਦੀ ਸੱਚ ਜਾਣਿਆ। ਗੁਰੂ ਦੇ ਸ਼ਬਦ ਰੂਪੀ ਅੰਜਨ ਨੂੰ, ਸੁਰਮੇ ਨੂੰ ਆਪਣੀ ਸੁਰਤ ਦੀ ਅੱਖ ਵਿੱਚ ਪਾ। ਇਹ ਸੁਰਮਾ ਗੁਰੂ ਪਰਮਾਤਮਾ ਨੂੰ ਵੀ ਚੰਗਾ ਲੱਗੇਗਾ ਤੇ ਤੈਨੂੰ ਸਾਰੇ ਡਰਾਂ ਤੋਂ ਮੁਕਤ ਵੀ ਕਰ ਦੇਵੇਗਾ। ਅੱਜ ਦੀ ਵਿਚਾਰ ਇੱਥੋਂ ਤੱਕ ਹੀ ਸਮਾਪਤ ਆ। ਗੁਰੂ ਕਿਰਪਾ ਕਰੇ ਅਸੀਂ ਗੁਰੂ ਦੇ ਦਰ ਤੇ ਵਿਸ਼ਵਾਸ ਦੇ ਪਾਤਰ ਬਣ ਜਾਈਏ ਤਾਂ ਸਾਡੀ ਜ਼ਿੰਦਗੀ 'ਚ ਭਲਾ। ਸਾਰਿਆਂ ਦਾ ਧੰਨਵਾਦ। ਬੋਲਦਿਆਂ ਤੋਂ ਬੜੀਆਂ ਊਣਤਾਈਆਂ ਰਹਿ ਜਾਂਦੀਆਂ ਨੇ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।